ਇਹਨਾਂ ਵੱਡੇ ਪੁਜਾਰੀਆਂ ਦੇ ਥੱਲੇ ਛੋਟੇ ਪੁਜਾਰੀ ਪਲਦੇ ਆ। ਸਾਰਿਆਂ ਦੀਆਂ ਕਾਟੀਆਂ, ਬਹੁਤਿਆਂ ਦੀਆਂ ਕਾਟੀਆਂ ਪਈਆਂ ਹੋਈਆਂ। ਕਿਸੇ ਦੀ ਬਾਦਲ ਨਾਲ ਕਾਟੀ ਪਈ ਹੋਈ ਆ, ਕਿਸੇ ਦੀ ਕੇਜਰੀਵਾਲ ਨਾਲ ਕਾਟੀ ਪਈ ਹੋਈ ਆ, ਕਿਸੇ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਕਾਟੀ ਪਈ ਹੋਈ ਆ। ਨਿਰਪੱਖ ਬੰਦਾ ਉਹ ਹੁੰਦਾ ਜਿਹੜਾ ਜਿਹਦੀ ਗੁਰੂ ਦੀ ਗੋਦ 'ਚ ਬੈਠਾ ਹੋਵੇ। ਇਹ ਧੜਿਆਂ ਦੀ ਲੜਾਈ ਹੈ ਜਿਹੜੀ ਆਪਸੀ ਨਿੱਜ ਤੋਂ ਲੜਾਈ ਸ਼ੁਰੂ ਹੋਈ, ਇਹਨੂੰ ਬੜੇ ਤਰੀਕੇ ਨਾਲ ਕੌਮ ਦੀ ਲੜਾਈ ਕਹਿ ਕੇ, ਪੰਥ ਦੀ ਲੜਾਈ ਕਹਿ ਕੇ ਕੌਮ ਦੇ ਸਿਰ ਮੜਿਆ ਜਾ ਰਿਹਾ। ਦੇਖੋ, ਦਬਾਨ ਰੋਕਣੇ ਬਿਲਕੁਲ ਗਲਤ ਆ। ਜਿਵੇਂ ਪਹਿਲਾਂ ਵੀ ਕਾਫੀ ਵਾਰੀ ਮੀਡੀਆ ਰਾਹੀਂ ਇਹ ਗੱਲ ਸਾਂਝੀ ਕੀਤੀ ਸੀ ਬਈ ਜਿਵੇਂ ਅਮਰੀਕ ਸਿੰਘ ਜਨਾਲੇ ਵਰਗੇ ਜਾਂ ਉਹਨਾਂ ਦਾ ਤਰੀਕਾ ਉੱਥੇ ਜਾ ਕੇ ਹੁੱਲੜਬਾਜੀ ਕਰਨੀ ਜਾਂ ਕਹਿਣਾ ਵੀ ਅਸੀਂ ਦਬਾਨ ਨਹੀਂ ਲੱਗਣ ਦੇਣੀ। ਤੇ ਜੇ ਪਟਿਆਲੇ ਦੇ ਵਿੱਚ ਸਾਡੀਆਂ ਧੀਆਂ ਭੈਣਾਂ ਦੀ ਬੇਪੱਤੀ ਹੋਈ, ਉੱਥੇ ਚੁੰਨੀਆਂ ਲਾਈਆਂ ਗਈਆਂ, ਗੁਲਾਮਾਂ 'ਚ ਹੱਥ ਪਾ ਘੜੀਸੀਆਂ ਗਈਆਂ ਥੋੜ੍ਹੇ ਦਿਨ ਪਟਿਆਲੇ ਦੇ, ਉਹਨਾਂ ਮੁੱਦਿਆਂ 'ਤੇ ਉਸ ਜ਼ੁਲਮ ਦੇ ਖਿਲਾਫ, ਉਸ ਧੱਕੇ ਦੇ ਖਿਲਾਫ ਸਾਡੀ ਜ਼ੁਬਾਨ ਬੰਦ ਆ। ਕਾਬਜ਼ ਧਿਰਾਂ ਨੇ ਉਹਦੇ ਨਿਰਪੱਖ ਹੋ ਕੇ ਇੱਕ ਵਧੀਆ ਕਮੇਟੀ ਬਣਾਉਣ ਤੇ ਉਹ ਜਿਹੜੇ ਗ੍ਰੰਥਾਂ 'ਚ ਕੋਈ ਕਮੀਆਂ ਪੇਸ਼ੀਆਂ ਨੇ ਉਹਨਾਂ ਦਾ ਸੁਧਾਰ ਕੀਤਾ ਜਾਏ। ਪਰ ਕਮੀਆਂ ਪੇਸ਼ੀਆਂ ਇਕੱਲੇ ਗ੍ਰੰਥਾਂ 'ਚ ਨਹੀਂ, ਸਾਡੇ ਚੱਲ ਕੀ ਰਿਹਾ ਵੀ ਆਪਦੀਆਂ ਜਿਹੜੀਆਂ ਕੱਛ 'ਚ, ਦੂਜੇ ਦੀਆਂ ਹੱਥ 'ਚ। ਪੁਰਾਤਨ ਗ੍ਰੰਥਾਂ 'ਚੋਂ ਚੰਗੀਆਂ ਚੀਜ਼ਾਂ ਲੈ ਕੇ ਤਾਂ ਪ੍ਰਮੋਟ ਕਰ ਦਿੱਤੀਆਂ ਜਾਂਦੀਆਂ, ਉਹ ਤਾਂ ਸੁਣਾ ਦਿੱਤੀਆਂ ਜਾਂਦੀਆਂ। ਜਿਹੜੀਆਂ ਕਮੀਆਂ ਨੇ ਪੁਰਾਣੇ ਗ੍ਰੰਥਾਂ 'ਚ ਉਹ ਛਾਲੀਆਂ ਜਾਂਦੀਆਂ ਵੀ ਹਾਏ ਸਾਰਾ ਕੁਝ ਐਂ ਹੋ ਗਿਆ, ਜੋ ਆਹ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਲਾਂ 5 ਸਿੰਘਾਂ ਨੂੰ ਖੰਡੇ ਦੀ ਪਹੁਲ ਦਿੱਤੀ, ਬਾਅਦ 'ਚ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਖੰਡੇ ਦੀ ਪਹੁਲ ਦਿੱਤੀ। ਸਾਰੇ ਕਹਿੰਦੇ ਨੇ ਤੁਸੀਂ ਵੀ ਇਹ ਗੱਲ ਸੁਣੀ ਹੈ, ਸਾਰਿਆਂ ਨੇ ਸੁਣੀ, ਕਿ ਮੋਨ ਨਾ ਚਾਹੇ ਕੋਈ ਨਾ, ਸਾਰਿਆਂ ਨੂੰ ਗੱਲ ਦਾ ਪਤਾ। ਪਰ ਹਰਜਿੰਦਰ ਸਿੰਘ ਦਲਗੀਰ ਹੋਣਾ ਨੇ ਆਪਦੀ ਕਿਤਾਬ ਦੇ ਵਿੱਚ ਲਿਖਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 5 ਪੈਰਾਂ ਦਾ ਕੋਈ ਅੰਮ੍ਰਿਤ ਨਹੀਂ ਛਕਿਆ। ਕਿ ਇਹਦੇ ਤੇ ਕਿਸੇ ਦੀ ਜ਼ਬਾਨ ਖੁੱਲੂ? ਪਿੱਛੇ ਜੇ ਇੱਕ ਆਪਣੇ ਆਪ ਨੂੰ ਬਹੁਤ ਸਿਆਣੇ ਪ੍ਰਚਾਰ ਕਹਾਉਣ ਵਾਲੇ ਨੇ ਕਿਹਾ ਸੀ ਵੀ ਜੇ ਰੱਬ ਚਾਹਵੇ ਤਾਂ ਸ਼ੇਰ ਘਾਹ ਖਾ ਲੈਂਦਾ। ਹੁਣ ਉਹਦੇ ਤੇ ਕੋਈ ਨਹੀਂ ਬੋਲਿਆ ਕਿਉਂਕਿ ਆਪਦੇ ਧੜੇ ਦਾ ਪ੍ਰਚਾਰਕ ਸੀ। ਫਿਰ ਜੇ ਸ਼ੇਰ ਘਾਹ ਖਾ ਸਕਦਾ, ਕਹਿੰਦੇ ਰੱਬ ਨੇ ਨਿਯਮ ਬਦਲਦਾ, ਸ਼ੇਰ ਨੇ ਘਾਹ ਖਾ ਲਿਆ। ਫਿਰ ਰੱਬ ਨੇ ਨਿਯਮ ਬਦਲਦਾ, ਦਰਖਤਾਂ ਨੂੰ ਫਲ ਲੱਗਣ ਦੀ ਬਜਾਏ ਮਿਠਾਈਆਂ ਵੀ ਲੱਗ ਸਕਦੀਆਂ ਫਿਰ ਤਾਂ। ਪਰ ਅੱਜ ਜਿਹੜੇ ਪ੍ਰਚਾਰਕ ਨੇ ਬਾਹਾਂ ਖੜੀਆਂ ਕਰ ਰੌਲਾ ਪਾਉਂਦੇ ਸੀ ਸੱਚੇ ਅਸੀਂ ਨਿਰਪੱਖ ਹਾਂ, ਕੀ ਕਦੇ ਜਿਹੜੇ ਰਾਜਨੀਤਿਕ ਲੀਡਰ ਗੰਦ ਪਾ ਰਹੇ ਆ ਉਹਨਾਂ ਬਾਰੇ ਬੋਲਣਗੇ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਊਗੀ। ਜਿਹੜੇ ਦੋਸ਼ੀ ਨੇ, ਜਿਹੜੇ ਮਾਸਟਰਮਾਈਂਡ ਨੇ, ਉਹਨਾਂ ਤੱਕ ਪਹੁੰਚ ਹੋਣੀ ਚਾਹੀਦੀ ਹੈ। ਸਿੱਖਾਂ ਦੇ ਹਿਰਦੇ ਫੇਰ ਠਰਨਗੇ। ਗੁਰੂ ਦਾ ਵਾਸਤਾ, ਬਾਕੀ ਚੀਜ਼ਾਂ ਛੱਡ ਦਿਓ। ਹੱਸਣਗੇ ਉਹ ਲੋਕ ਆਉਣ ਵਾਲੇ ਟਾਈਮ 'ਚ ਵੀ ਯਾਰ ਅਸੀਂ ਤੁਹਾਡੇ ਗੁਰੂ ਨੂੰ ਖਿਲਾਰਤਾ ਸੀ ਤੇ ਤੁਸੀਂ ਆਪਸ ਵਿੱਚ ਕੁੱਕੜ ਖੇਡਾਈ ਬੈਠੇ। ਸੰਗਤ ਉਸ ਲੀਡਰ ਦੇ ਪੰਥ ਵਿੱਚ ਜਾਵੇ ਜਿਸ ਲੀਡਰ ਨੇ ਆਪਣਾ ਆਨੰਦਪੁਰ ਵੀ ਸਿੱਖਾਂ ਦੇ ਸਿਰ ਤੋਂ ਦੀ ਵਾਰਤਾ, ਆਪਣੇ 4 ਪੁੱਤ ਵੀ ਪੰਥ ਤੋਂ ਵਾਰ ਦਿੱਤੇ। ਦਿਸਣ ਨੂੰ ਪਹਿਰਾਵਾ ਸਾਡਾ ਸਿੱਖਾਂ ਵਾਲਾ ਲੱਗ ਰਿਹਾ, ਪਰ ਅੰਦਰ ਸਾਡੇ ਹਿਰਦਿਆਂ ਸਾਡੇ ਗੁਰੂ ਬੈਠਣ ਦੀ ਬਜਾਏ ਧੜੇ ਬੈਠੇ ਹੋਏ ਆ, ਬੰਦੇ ਬੈਠੇ। ਕਿਸੇ ਦਾ ਹਿਰਦਾ ਪਾੜ ਕੇ ਵੇਖ ਲਓ, ਕਿਸੇ ਦੇ 'ਚੋਂ ਕੋਈ ਪ੍ਰਚਾਰਕ ਨਿਕਲ ਆਉਣਾ, ਕਿਸੇ 'ਚੋਂ ਬਾਬਾ ਨਿਕਲ ਆਉਣਾ, ਕਿਸੇ 'ਚੋਂ ਡੇਰਾ ਨਿਕਲ ਆਉਣਾ। ਕੋਈ ਜੇ ਇਸ ਨਾਲ ਗੱਲ ਕਰਨੀ ਤਾਂ ਬਹਿ ਕੇ ਮਸਲਾ ਕੋਈ ਨਿਬੇੜ ਲਓ। ਇਹ ਤਰੀਕਾ ਅਮਰੀਕ ਸਿੰਘ ਨਾਲੇ ਹੋਣਾ ਦਾ ਗਲਤ ਆ। ਕਿਸੇ ਨੂੰ ਤੁਸੀਂ ਤਾਂ ਜਿਹੜਾ ਫੋਰਸ ਕਰਕੇ ਉਹਨੂੰ ਰੋਕੋ, ਹੁੱਲੜਬਾਜੀ ਕਰੋ। ਜੇ ਉਹਨਾਂ ਦੇ ਚੈਨਲ ਦੀ ਕੋਈ ਗਲਤ ਗੱਲ ਉਹਨੂੰ ਕੰਡੈਮ ਕਰ ਦਿਓ। ਇਹ ਥੋੜ੍ਹੀ ਵੀ ਤੁਸੀਂ ਉਹਦਾ ਕੰਮ ਕਰਨ ਤੋਂ ਰੋਕ ਦਿਓ। ਇਹ ਬਿਲਕੁਲ ਗਲਤ ਗੱਲ ਆ। ਮੈਂ ਇਸ ਗੱਲ ਨਾਲ ਮਤਲਬ ਐਗਰੀ ਆ ਵੀ ਉਹਨਾਂ ਦੇ ਦਬਾਨ ਵਗੈਰਾ ਨਹੀਂ ਰੋਕਣੇ ਚਾਹੀਦੇ ਸੀ। 86 ਲੱਖ ਪੰਜਾਬ ਦਾ ਨੌਜਵਾਨ ਨਸ਼ਈ ਡਿਕਲੇਅਰ ਕਰਤਾ 18 ਸਾਲ ਤੋਂ 49 ਸਾਲ ਤੱਕ ਦਾ, ਰਹਿੰਦੇ ਖੁੰਦੇ ਬਾਹਰ ਚਲ ਗਏ। ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਕੁਲਦੀਪ ਘੋਲੀਆ। ਜੇ ਅੱਜ ਦੇ ਮਾਹੌਲ ਦੀ ਗੱਲ ਕਰੀਏ, ਧਾਰਮਿਕ ਮੁੱਦਿਆਂ 'ਤੇ ਗੱਲ ਕਰੀਏ ਤਾਂ ਬਹੁਤ ਵਾਦ ਵਿਵਾਦ ਚੱਲ ਰਿਹਾ ਹੈ। ਉਹ ਵਾਦ ਵਿਵਾਦ ਚੱਲ ਰਿਹਾ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਤੇ ਦਮਦਮੀ ਟਕਸਾਲ ਦੇ ਵਿਦਿਆਰਥੀ ਭਾਈ ਅਮਰੀਕ ਸਿੰਘ ਅਜਨਾਲਾ ਦੇ ਵਿਚਕਾਰ ਵਾਦ ਵਿਵਾਦ ਵੱਡਾ ਛਿੜਿਆ ਹੋਇਆ। ਇੱਕ ਦੂਜੇ ਨਾਲ ਡਿਬੇਟ ਕਰਨ ਦੀਆਂ ਗੱਲਾਂ ਕਰਦੇ ਨੇ। ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਨੇ ਆਪਣੇ ਦਬਾਨ ਰੋਕ ਦਿੱਤੇ ਨੇ। ਉਹ ਸੋਸ਼ਲ ਮੀਡੀਆ ਰਾਹੀਂ ਗੱਲਬਾਤ ਕਰਦੇ ਨੇ, ਆਪਣੇ YouTube ਚੈਨਲ ਰਾਹੀਂ, ਫੇਸਬੁੱਕ ਰਾਹੀਂ ਜਾਂ ਆਪਣੇ ਪਰਮੇਸ਼ਰ ਦਵਾਰ ਸਥਾਨ 'ਤੇ ਉੱਥੇ ਹਰ ਐਤਵਾਰ ਦੀਵਾਨ ਸਜਾਉਂਦੇ ਨੇ। ਉੱਥੇ ਸੰਗਤਾਂ ਜਾਂਦੀਆਂ ਨੇ। ਵਾਦ ਵਿਵਾਦ ਜਿਹੜਾ ਵੱਧਦਾ ਜਾ ਰਿਹਾ, ਇਸ ਮਸਲੇ ਨੂੰ ਲੈ ਕੇ, ਇਸ ਗੱਲਬਾਤ ਨੂੰ ਲੈ ਕੇ, ਇਸ ਮੁੱਦੇ ਨੂੰ ਲੈ ਕੇ ਦੂਸਰੇ ਸਿੱਖ ਪ੍ਰਚਾਰਕ ਕਿਸ ਤਰ੍ਹਾਂ ਦੇਖਦੇ ਨੇ। ਸਾਡੇ ਨਾਲ ਨੇ ਭਾਈ ਹਰਜੀਤ ਸਿੰਘ ਢਪਾਲੀ ਜੋ ਕਿ ਸਿੱਖ ਪ੍ਰਚਾਰਕ ਨੇ, ਜੋ ਉਹ ਵੀ ਸਟੇਜਾਂ 'ਤੇ ਜਾਂਦੇ ਨੇ, ਉਹ ਵੀ ਗੁਰਬਾਣੀ ਦਾ ਪ੍ਰਚਾਰ ਕਰਦੇ ਨੇ, ਉਹ ਵੀ ਦੀਵਾਨ ਸਜਾਉਂਦੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਭਾਈ ਸਾਹਿਬ ਸਭ ਤੋਂ ਪਹਿਲਾਂ ਹਮਦਰਦ ਟੀਵੀ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਵੀਰ ਕੁਲਦੀਪ ਸਿੰਘ ਜੀ ਅਤੇ ਆਪਦੀ ਸਮੁੱਚੀ ਟੀਮ ਦਾ ਜੀ। ਧੰਨਵਾਦ ਜੀ। ਗੱਲ ਕਰੀਏ ਭਾਈ ਸਾਹਿਬ ਜੀ, ਅੱਜ ਜੋ ਵਾਦ ਵਿਵਾਦ ਚੱਲ ਰਿਹਾ, ਸਭ ਤੋਂ ਪਹਿਲਾਂ ਤੁਸੀਂ ਇਹਨੂੰ ਦੇਖਦੇ ਕਿੱਦਾਂ ਹੋ? ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਵਾਸਤੇ ਭਾਈ ਅਮਰੀਕ ਸਿੰਘ ਅਜਨਾਲਾ। ਅਸਲ 'ਚ ਧੜਿਆਂ ਦੀ ਲੜਾਈ ਹੈ ਜੀ, ਜਿਹਨੂੰ ਧਰਮ ਦੀ ਲੜਾਈ ਬਣਾ ਕੇ ਪੇਸ਼ ਕੀਤਾ ਜਾ ਰਿਹਾ ਜੀ। ਕੌਮ ਨੂੰ ਜਾਂ ਥੱਲੇ ਬੈਠੇ ਪੰਥ ਨੂੰ ਇਹਨਾਂ ਮੁੱਦਿਆਂ ਦੀ ਲੋੜ ਨਹੀਂ ਹੈਗੀ। ਉਹਨਾਂ ਤਾਂ ਮੁੱਦੇ, ਪੰਥ ਦੇ ਮੁੱਦੇ ਤਾਂ ਹੋਰ ਨੇ, ਗਰਾਊਂਡ ਰਿਐਲਿਟੀ ਕੁਝ ਹੋਰ ਆ। ਇਹ ਧੜਿਆਂ ਦੀ ਲੜਾਈ ਹੈ ਜਿਹੜੀ ਆਪਸੀ ਨਿੱਜ ਤੋਂ ਲੜਾਈ ਸ਼ੁਰੂ ਹੋਈ, ਇਹਨੂੰ ਬੜੇ ਤਰੀਕੇ ਨਾਲ ਕੌਮ ਦੀ ਲੜਾਈ ਕਹਿ ਕੇ, ਪੰਥ ਦੀ ਲੜਾਈ ਕਹਿ ਕੇ ਕੌਮ ਦੇ ਸਿਰ ਮੜਿਆ ਜਾ ਰਿਹਾ। ਇਹ ਧੜਿਆਂ ਦੀ ਲੜਾਈ ਵੇਖਦਾ ਜੀ ਮੈਂ ਤਾਂ ਇਹਨੂੰ। ਤੁਹਾਨੂੰ ਧੜਿਆਂ ਦੀ ਕਿਉਂ ਲੱਗਦਾ? ਕਿਉਂਕਿ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਕਹਿੰਦੇ ਮੈਂ ਵੀ ਗੁਰਬਾਣੀ ਦੇ ਆਧਾਰ 'ਤੇ ਗੱਲ ਕਰਦਾ, ਮੇਰਾ ਕਸੂਰ ਦੱਸੋ। ਕਹਿੰਦੇ ਕੀ ਆ? ਮੈਂ ਕਹਿੰਦਾ ਮੇਰੇ ਦੀਵਾਨ ਰੋਕੇ ਜਾਂਦੇ ਆ। ਕਿਉਂ ਰੋਕੇ ਜਾਂਦੇ ਆ? ਮੈਂ ਗੁਰਬਾਣੀ ਦੇ ਆਧਾਰ 'ਤੇ, ਤੱਥਾਂ ਦੇ ਆਧਾਰ 'ਤੇ ਜੋ ਸਮਾਜ 'ਚ ਹੋ ਰਿਹਾ ਉਹੀ ਕਹਿ ਰਿਹਾ।
ਦੇਖੋ ਦਬਾਣ ਰੋਕਣੇ ਬਿਲਕੁਲ ਗਲਤ ਆ। ਇਵੇਂ ਪਹਿਲਾਂ ਵੀ ਕਾਫੀ ਵਾਰੀ ਮੀਡੀਆ ਰਾਹੀਂ ਇਹ ਗੱਲ ਸਾਂਝੀ ਕੀਤੀ ਸੀ ਬਈ ਜਿਵੇਂ ਅਮਰੀਕ ਸਿੰਘ ਜਨਾਲੇ ਵਰਗੇ ਜਾਂ ਉਹਨਾਂ ਦਾ ਤਰੀਕਾ ਉੱਥੇ ਜਾ ਕੇ ਹੁੱਲੜਬਾਜੀ ਕਰਨੀ ਜਾਂ ਕਹਿਣਾ ਵੀ ਅਸੀਂ ਦਬਾਣ ਨਹੀਂ ਲੱਗਣ ਦੇਣੇ ਹੈ ਨਾ। ਬਾਰੀ ਗੁਰਮਤ ਨੂੰ ਸਾਹਮਣੇ ਰੱਖ ਕੇ, ਮੈਂ ਡੈਮੋਕ੍ਰੇਸੀ ਦੀ ਗੱਲ ਨਹੀਂ ਕਰਦਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਸਾਹਮਣੇ ਰੱਖ ਕੇ ਇਹ ਆ ਵੀ ਕੋਈ ਵੀ ਬੰਦਾ ਆਪਣੇ ਤਰੀਕੇ ਨਾਲ ਗੱਲ ਕਹਿ ਸਕਦਾ। ਕੋਈ ਜੇ ਇਸ ਨਾਲ ਗੱਲ ਕਰਨੀ ਤਾਂ ਬਹਿ ਕੇ ਮਸਲਾ ਕੋਈ ਨਿਬੇੜ ਲਓ। ਇਹ ਤਰੀਕਾ ਅਮਰੀਕ ਸਿੰਘ ਨਾਲੇ ਹੁਣ ਦਾ ਗਲਤ ਆ। ਕਿਸੇ ਨੂੰ ਤੁਸੀਂ ਇੱਦਾਂ ਜਿਹੜਾ ਫੋਰਸ ਕਰਕੇ ਉਹਨੂੰ ਰੋਕੋ, ਹੁੱਲੜਬਾਜੀ ਕਰੋ, ਇਹ ਤਰੀਕਾ ਕੋਈ ਵੀ ਬੰਦਾ ਅਪਣਾਉਂਦਾ, ਇਹ ਗਲਤ ਗੱਲ ਆ। ਹੁਣ ਤੁਸੀਂ ਇੱਥੇ ਆਏ ਹੋ ਕਰਨ ਦੇ ਲਈ ਮੇਰੀ ਇੰਟਰਵਿਊ, ਤੁਹਾਡੇ ਨਾਲ ਕਿਸੇ ਨੇ ਵਿਚਾਰਧਾਰਾ ਨਹੀਂ ਮਿਲਦੀ ਜਾਂ ਕਿਸੇ ਨੇ ਉਹ ਇੱਥੇ ਆ ਕੇ ਹੁੱਲੜਬਾਜੀ ਕਰੇ ਵੀ ਕੁਲਦੀਪ ਸਿੰਘ ਤੂੰ ਇਹ ਨਹੀਂ ਕਰ ਸਕਦਾ। ਕੁਲਦੀਪ ਸਿੰਘ ਦੀ ਜਿਹੜੀ ਗੱਲ ਗਲਤ ਆ ਉਹਨੂੰ ਤੁਸੀਂ ਕੰਡੈਮ ਕਰ ਸਕਦੇ ਹੋ। ਜੇ ਉਹਨਾਂ ਦੇ ਚੈਨਲ ਦੀ ਕੋਈ ਗਲਤ ਗੱਲ ਉਹਨੂੰ ਕੰਡੈਮ ਕਰ ਸਕਦੇ। ਇਹ ਥੋੜੀ ਵੀ ਤੁਸੀਂ ਉਹਦਾ ਕੰਮ ਕਰਨ ਤੋਂ ਰੋਕ ਦੋ। ਇਹ ਬਿਲਕੁਲ ਗਲਤ ਗੱਲ ਆ। ਮੈਂ ਇਸ ਗੱਲ ਨਾਲ ਮਤਲਬ ਐਗਰੀ ਹਾਂ ਵੀ ਉਹਨਾਂ ਦੇ ਦਬਾਨ ਵਗੈਰਾ ਨਹੀਂ ਰੋਕਣੇ ਚਾਹੀਦੇ ਸੀ। ਹਾਂਜੀ, ਨਹੀਂ, ਵਾਰ-ਵਾਰ ਕਿਹਾ ਜਾ ਰਿਹਾ ਕਿ ਭਾਈ ਅਮਰੀਕ ਸਿੰਘ ਅਜਨਾਲਾ ਕਹਿੰਦੇ ਨੇ ਕਿ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਭੱਜ ਜਾਂਦੇ ਨੇ ਵਿਚਾਰ ਕਰਨ ਤੋਂ। ਭਾਈ ਸਾਹਿਬ ਕਹਿੰਦੇ ਨੇ, ਭਾਈ ਰਣਜੀਤ ਸਿੰਘ ਕਹਿੰਦੇ ਨੇ ਅਮਰੀਕ ਸਿੰਘ ਅਜਨਾਲਾ ਭੱਜ ਜਾਂਦੇ ਨੇ। ਤੁਹਾਨੂੰ ਦੋਨਾਂ 'ਚੋਂ ਠੀਕ ਕੌਣ ਲੱਗਦਾ? ਕੀ ਲੱਗਦਾ ਹੈ ਕਿ ਦੋਨੋਂ ਭੱਜ ਰਹੇ ਨੇ, ਪੰਥ 'ਚ ਵਾਦ ਵਿਵਾਦ ਖੜਾ ਕਰ ਰਹੇ ਨੇ, ਨਾਲੇ ਕਹਿੰਦੇ ਤਰੇੜਾਂ ਪਾ ਰਹੇ ਨੇ, ਬਹੁਤ ਵੱਡਾ ਜਿਹੜਾ ਇਹਨਾਂ ਨੇ ਵਾਦ ਵਿਵਾਦ ਛੇੜ ਕੇ ਦੋ ਧਿਰਾਂ ਦੇ ਵਿੱਚ, ਤੁਸੀਂ ਜਿਵੇਂ ਕਹਿ ਰਹੇ ਕਿ ਧੜਿਆਂ ਦੀ ਲੜਾਈ ਹੋ ਗਈ, ਦੋ ਧਿਰਾਂ ਦੇ ਵਿੱਚ ਕਹਿੰਦੇ ਸੰਗਤ ਨੂੰ ਇਹਨਾਂ ਨੇ ਵੰਡਤਾ। ਇਹ ਮੈਨੂੰ ਤਾਂ ਲੱਗਦਾ ਵੀ ਵੀਡੀਓ ਖੇਡਣ ਦਾ ਇਹ ਸੋਹਣਾ ਮਾਹੌਲ ਬਣਿਆ ਹੋਇਆ ਜੀ। ਪੰਜਾਬ ਦੇ ਵਿੱਚ ਹਾਲਾਤ ਕੀ ਨੇ, ਦਿਨੋਂ ਦਿਨ ਜਿਹੜੇ ਲੋਕ ਆ ਆਰਥਿਕ ਪੱਖ ਤੋਂ ਵੀ ਟੁੱਟੇ ਹੋਏ ਨੇ, ਬਿਮਾਰੀਆਂ ਵੱਧ ਰਹੀਆਂ ਨੇ। ਸਾਡੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹਰ ਫੀਲਡ 'ਚ ਕੰਮ ਕੀਤਾ ਜੀ। ਜੇ ਕਿਸੇ ਨਾਲ ਗੱਲ ਸੀਗੀ ਤੇ ਸਿੱਧਾ ਨਾਲ ਵੀ ਬਹਿ ਕੇ ਵਿਚਾਰ ਚਰਚਾ ਕੀਤੀ। ਗੁਰਮੁਖ ਵੈਸੋ ਸਫਾ ਫਸਾਈ ਦੀ ਗੱਲ, ਜੇ ਸਿੱਧਾ ਨਾਲ ਵਿਚਾਰਕ ਮਤਭੇਦ ਤਾਂ ਸੀਗੇ ਪਾਤਸ਼ਾਹ ਦੇ, ਪਰ ਉਹਨਾਂ ਨੇ ਵੀ ਬਹਿ ਕੇ ਟੇਬਲ ਟਾਕ ਕੀਤਾ ਵੀ ਆਓ ਬੈਠੋ ਗੱਲ ਕਰੋ। ਜਿਹੜੀ ਗੱਲ ਬਾਬੇ ਨਾਨਕ ਨੇ ਕਹੀ ਸਿੱਧਾ ਨੂੰ ਚੰਗੀ ਲੱਗੀ, ਉਹਨੇ ਐਕਸੈਪਟ ਕਰ ਲਈ। ਜਿਹੜੀ ਬਾਬੇ ਨਾਨਕ ਨੂੰ ਉਹਨਾਂ ਦੀ ਗੱਲ ਗਲਤ ਲੱਗੀ, ਬਾਬੇ ਨਾਨਕ ਨੇ ਕੰਡੈਮ ਕੀਤਾ, ਰੱਦ ਕੀਤਾ ਵੀ ਤੁਹਾਡੀ ਵਿਚਾਰਧਾਰਾ ਇਹ ਆ, ਸਾਡੀ ਵਿਚਾਰਧਾਰਾ ਇਹ ਆ। ਅਸਲ 'ਚ ਮਤਲਬ ਜਿਹੜੇ ਇਹ ਚੀਜ਼ਾਂ ਛੱਡ ਕੇ ਵੀ ਜੇ ਅਸੀਂ ਘੱਟੋ ਘੱਟ ਇੱਕ ਮਿਨੀਮਮ ਪ੍ਰੋਗਰਾਮ ਬਣਾ ਲਈਏ ਵੀ ਉਹ 'ਤੇ ਕੰਮ ਕਰੀਏ ਵੀ ਸਾਡੇ ਪੰਜਾਬ ਦੇ ਜਿਹੜੇ ਹਿਜਰਤ ਕਰਕੇ ਜਾ ਰਹੇ ਆ ਬਾਹਰ, ਪੰਜਾਬ ਦੀ ਜਵਾਨੀ ਤਾਂ ਜਿਹੜੀ ਇੱਥੇ ਰਹਿ ਗਈ। ਕੁਲਦੀਪ ਸਿੰਘ ਜੀ ਅੰਕੜਾ ਮੈਂ ਪੜ੍ਹ ਰਿਹਾ ਸੀ ਫਰਵਰੀ ਦੇ ਅਖਬਾਰ 'ਚ, 86 ਲੱਖ ਪੰਜਾਬ ਦਾ ਨੌਜਵਾਨ ਨਸ਼ਈ ਡਿਕਲੇਅਰ ਕਰਤਾ 18 ਸਾਲ ਤੋਂ 49 ਸਾਲ ਤੱਕ ਦਾ। ਰਹਿੰਦੇ ਖੁੰਦੇ ਬਾਹਰ ਚਲ ਗਏ। ਠੀਕ ਹੈ ਜੀ। ਜਿਹੜੇ ਇੱਥੇ ਨੇ ਉਹ ਆਪਾਂ ਨੂੰ ਪਤਾ ਹੀ ਹੈ ਵੀ ਸਰਕਾਰਾਂ ਕਿਹੜੇ ਤਰੀਕੇ ਨਾਲ ਨਸ਼ਿਆਂ ਦੇ ਵਿੱਚ ਜਾਂ ਲੱਚਰਵਾਦ ਵਾਲੇ ਪਾਸੇ ਇਹ ਦਿਨੋਂ ਦਿਨ ਕੰਮ ਵੱਧਦਾ ਜਾ ਰਿਹਾ। ਕੰਮ ਇਹ ਕਰਨ ਵਾਲੇ ਆ, ਇਹਨਾਂ 'ਤੇ ਕੰਮ ਕਰਕੇ ਜਿਹੜੇ ਬਾਕੀ ਮੁੱਦੇ ਆ ਉਹਨਾਂ ਨੂੰ ਅਸੀਂ ਠੰਡੇ ਵਾਸਤੇ 'ਚ ਪਾ ਕੇ ਸਿਹਤ ਵਾਲੇ ਪੱਖ 'ਤੇ, ਐਜੂਕੇਸ਼ਨ ਵਾਲੇ ਪੱਖ 'ਤੇ ਇੱਧਰਲੇ ਪਾਸੇ ਕੰਮ ਕਰੀਏ, ਸਾਡੀ ਜਵਾਨੀ ਨੂੰ ਬਾਬੇ ਨਾਨਕ ਦੇ ਘਰ ਵਾਲੇ ਪਾਸੇ ਲਾਈਏ। ਹਾਂ, ਜਿਹੜਾ ਕੋਈ ਕਮੀਆਂ ਪੇਸ਼ੀਆਂ ਨੇ ਉਹਨਾਂ 'ਤੇ ਕੰਮ ਕਰਨ ਦੀ ਲੋੜ ਆ। ਉਹਦੇ 'ਤੇ ਮਤਲਬ ਕਿ ਨਿਰਪੱਖ ਹੋ ਕੇ ਜਿਹੜੀਆਂ ਸਾਡੀਆਂ ਕਾਬਜ਼ ਧਿਰਾਂ ਨੇ ਉਹਦੇ ਨਿਰਪੱਖ ਹੋ ਕੇ ਇੱਕ ਵਧੀਆ ਕਮੇਟੀ ਬਣਾਉਣ ਤੇ ਉਹ ਜਿਹੜੇ ਗ੍ਰੰਥਾਂ 'ਚ ਕੋਈ ਕਮੀਆਂ ਪੇਸ਼ੀਆਂ ਨੇ ਉਹਨਾਂ ਦਾ ਸੁਧਾਰ ਕੀਤਾ ਜਾਏ। ਪਰ ਕਮੀਆਂ ਪੇਸ਼ੀਆਂ ਇਕੱਲੇ ਗ੍ਰੰਥਾਂ 'ਚ ਨਹੀਂ, ਸਾਡੇ ਚੱਲ ਕੀ ਰਿਹਾ ਵੀ ਆਪਦੀਆਂ ਜਿਹੜੀਆਂ ਕੱਛ 'ਚ, ਦੂਜੇ ਦੀਆਂ ਹੱਥ 'ਚ। ਜੇ ਪੁਰਾਤਨ ਗ੍ਰੰਥਾਂ 'ਚ ਕਮੀ ਨੇ, ਪਰ ਪੁਰਾਤਨ ਗ੍ਰੰਥਾਂ 'ਚੋਂ ਚੰਗੀਆਂ ਚੀਜ਼ਾਂ ਲੈ ਕੇ ਤਾਂ ਪ੍ਰਮੋਟ ਕਰ ਦਿੱਤੀਆਂ ਜਾਂਦੀਆਂ, ਉਹ ਤਾਂ ਸੁਣਾਤੀਆਂ ਜਾਂਦੀਆਂ। ਜਿਹੜੀਆਂ ਕਮੀਆਂ ਨੇ ਪੁਰਾਣੇ ਗ੍ਰੰਥਾਂ 'ਚ ਉਹ ਛਾਲੀਆਂ ਜਾਂਦੀਆਂ ਵੀ ਹਾਏ ਸਾਰਾ ਕੁਝ ਐਂ ਹੋ ਗਿਆ, 'ਚ ਆਹ ਹੋਇਆ ਹੈ ਨਾ। ਤੇ ਹੁਣ ਤੁਸੀਂ ਮੈਂ ਇੱਕੋ ਅੰਕੜਾ ਦੇ ਵੀ, ਤੇ ਦੂਜੇ ਪਾਸੇ ਜਿਹੜੇ ਵਿਦਵਾਨ ਆ, ਮਹਿੰਦਰ ਸਿੰਘ ਜੋਸ਼ ਹੋਣਾ ਨੇ ਲਿਖਿਆ ਕਿ ਸ਼੍ਰੀ ਚੰਦ ਗੁਰੂ ਹਰਗੋਬਿੰਦ ਪਾਤਸ਼ਾਹ ਤੇ ਸ਼੍ਰੀ ਚੰਦ ਦੀ ਦੂਰ ਅੰਦੇਸ਼ੀ ਦੇ ਨਾਲ ਉਹਨੇ ਮਹਿੰਦਰ ਸਿੰਘ ਜੋਸ਼ ਜਿਹੜੇ ਮਿਸ਼ਨਰੀ ਰਾਈਟਰ ਨੇ ਜਿਨ੍ਹਾਂ ਦਾ ਹਵਾਲਾ ਸਾਰੇ ਦਿੰਦੇ ਨੇ ਜੀ। ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਉਹਨਾਂ ਜਿਹੜਾ ਜੀਵਨ ਲਿਖਿਆ ਉਹ 'ਚ 22 ਨੰਬਰ ਪੇਜ ਤੇ ਲਿਖਿਆ ਹੋਇਆ ਮਹਿੰਦਰ ਸਿੰਘ ਜੋਸ਼ ਹੋਣਾ ਨੇ ਵੀ ਭਾਈ ਸ਼੍ਰੀ ਚੰਦ ਬਹੁਤ ਚੰਗਾ ਸੀ, ਪਰ ਸਾਰੇ ਮਿਸ਼ਨਰੀ ਪ੍ਰਚਾਰਕ ਸ਼੍ਰੀ ਚੰਦ ਨੂੰ ਮਤਲਬ ਗੁਰਬਾਣੀ ਦੇ ਆਧਾਰ ਤੇ ਕੰਡੈਮ ਕਰਦੇ ਆ। ਕੀ ਹੁਣ ਕਦੇ ਮਹਿੰਦਰ ਸਿੰਘ ਜੋਸ਼ ਦੀ ਕਿਤਾਬ ਬਾਰੇ ਹੱਥ 'ਚ ਫੜ ਕੇ ਕਹਾਂਗੇ ਵੀ ਇਹ ਗਲਤ ਆ? ਹਰਜਿੰਦਰ ਸਿੰਘ ਦਲਗੀਰ ਹੋਣਾ ਨੇ ਲਿਖਿਆ ਕਿ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਛੱਡਿਆ ਤਾਂ ਜਿਹੜਾ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੀ ਗੁਰਬਖਸ਼ ਉਦਾਸੀ ਨੂੰ ਸੰਭਾਇਆ, ਜਦ ਕਿ ਉਦਾਸੀਆਂ ਤੇ ਨਿਰਮਲਿਆਂ ਤੋਂ ਤਾਂ ਪ੍ਰਬੰਧ ਆਜ਼ਾਦ ਕਰਾਉਣ ਲਈ ਖੂਨ ਡੁੱਲਿਆ ਹੋਇਆ। ਉਹਨਾਂ ਨੇ ਤਾਂ ਮਨਮਤ ਫਲਾਈ ਕਿ ਉਦਾਸੀਆਂ ਨੂੰ ਜਿਹੜੇ ਮਿਸ਼ਨਰੀ ਲਹਿਰ ਵਾਲੇ ਕੀ ਗੁਰਮਤ ਮੰਨਦੇ ਆ, ਫਿਰ ਕੀ ਹਰਜਿੰਦਰ ਸਿੰਘ ਦਲਗੀਰ ਦੀ ਕਿਤਾਬ ਹੱਥ 'ਚ ਫੜ ਕੇ ਕਹਿਣਗੇ ਕਿ ਇਹ ਗਲਤ ਲਿਖਿਆ? ਸਾਰੇ ਪ੍ਰਚਾਰਕ ਹੁਣ ਖਾਲਸਾ ਸਾਜਨਾ ਦਿਵਸ ਆਉਣ ਵਾਲਾ, ਵਿਸਾਖੀ ਮਨਾਈ ਜਾਣੀ ਆ, ਸਾਰਿਆਂ ਨੇ ਸੁਣਾਉਣਾ, ਸਾਰੇ ਮਿਸ਼ਨਰੀ ਪ੍ਰਚਾਰਕਾਂ ਨੇ ਸੰਪਰਦਾਇ ਸਾਰੇ ਇਸ ਗੱਲ ਤੇ ਸਹਿਮਤ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਲਾਂ 5 ਸਿੰਘਾਂ ਨੂੰ ਖੰਡੇ ਦੀ ਪਹੁਲ ਦਿੱਤੀ, ਬਾਅਦ 'ਚ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਖੰਡੇ ਦੀ ਪਹੁਲ ਦਿੱਤੀ। ਸਾਰੇ ਕਹਿੰਦੇ ਨੇ ਤੁਸੀਂ ਵੀ ਇਹ ਗੱਲ ਸੁਣੀ ਆ, ਸਾਰਿਆਂ ਨੇ ਸੁਣੀ, ਕਿ ਕੋਈ ਮੋਨ ਨਾ ਚਾਹੇ ਕੋਈ ਸਾਰਿਆਂ ਨੂੰ ਗੱਲ ਦਾ ਪਤਾ। ਪਰ ਹਰਜਿੰਦਰ ਸਿੰਘ ਦਲਗੀਰ ਹੋਣਾ ਨੇ ਆਪਦੀ ਕਿਤਾਬ ਦੇ ਵਿੱਚ ਲਿਖਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 5 ਪੈਰਾਂ ਤੋਂ ਕੋਈ ਅੰਮ੍ਰਿਤ ਨਹੀਂ ਛਕਿਆ। ਕਿ ਇਹਦੇ ਤੇ ਕਿਸੇ ਦੀ ਜ਼ੁਬਾਨ ਖੁੱਲੂ? ਕਿਉਂ ਨਹੀਂ ਖੁੱਲਦੀ? ਇਹ ਤੇ ਕਿਉਂ ਨਹੀਂ ਬੋਲਦੇ? ਹੁਣ ਇਹ ਗੱਲਾਂ ਨੇ ਪ੍ਰੋਫੈਸਰ ਦਰਸ਼ਨ ਸਿੰਘ ਹੋਣਾ ਨੇ 3 ਬਾਣੀਆਂ ਦਾ ਅੰਮ੍ਰਿਤ ਛਕਾਤਾ ਸੀਗਾ, 5 ਬਾਣੀਆਂ ਦਾ ਛਕਾਇਆ ਜਾਂਦਾ, ਉਹਨਾਂ ਨੇ ਰਹਿਤ ਅਰਦਾਸ ਬਦਲਤੀ। ਜੇ ਕੋਈ ਬਾਬਾ ਰਹਿਤ ਮਰਜ਼ਾਦਾ ਦੇ ਖਿਲਾਫ ਬੋਲਦੇ ਮੈਂ ਵੀ ਬੋਲਦਾ ਸਟੇਜਾਂ ਤੇ, ਨਾਂ ਲੈ ਕੇ ਵੀ ਸਟੇਟਮੈਂਟਾਂ ਦਿੰਦਾ, ਪਰ ਜਦੋਂ ਆਪਦੇ ਧੜੇ ਤੇ ਬੰਦੇ ਗਲਤ ਗੱਲ ਕਰਦੇ ਆ ਉਦੋਂ ਚੁੱਪ ਕਾਹਤੋਂ ਕਰ ਜਾਂਦੇ ਆ? ਫਿਰ ਇਹ ਕੀ ਗੁਰੂ ਮਹਾਰਾਜ ਇਵੇਂ ਕਰਦੇ ਰਹੇ ਆ? ਕਿ ਇਹ ਨਿਰਵੈਰ ਬਿਰਤੀ ਆ? ਕਿ ਇਹ ਨਿਰਪੱਖ ਬਿਰਤੀ ਆ?
ਆਪਾਂ ਸੋਚ ਕੇ ਵੇਖੀਏ ਹੁਣ ਪਿੱਛੇ ਜੇ ਇੱਕ ਕਥਾਵਾਚਕ ਨੇ ਕਿਹਾ ਸੀ ਦਰਖਤ ਝਾੜੋ ਮਠਿਆਈਆਂ ਡਿੱਗਦੀਆਂ, ਬਿਲਕੁਲ ਇਹ ਤੇ ਸਾਰੇ ਬੋਲੇ ਵੀ ਗਲਤ ਗੱਲ ਆ। ਪਿੱਛੇ ਜੇ ਇੱਕ ਆਪਣੇ ਆਪ ਨੂੰ ਬਹੁਤ ਸਿਆਣੇ ਪ੍ਰਚਾਰ ਕਹਾਉਣ ਵਾਲੇ ਨੇ ਕਿਹਾ ਸੀ ਵੀ ਜੇ ਰੱਬ ਚਾਹਵੇ ਤਾਂ ਸ਼ੇਰ ਘਾਹ ਖਾ ਲੈਂਦਾ। ਹੁਣ ਉਹਦੇ ਤੇ ਕੋਈ ਨਹੀਂ ਬੋਲਿਆ ਕਿਉਂਕਿ ਆਪਦੇ ਧੜੇ ਦਾ ਪ੍ਰਚਾਰਕ ਸੀ। ਫਿਰ ਜੇ ਸ਼ੇਰ ਘਾਹ ਖਾ ਸਕਦਾ, ਕਹਿੰਦੇ ਰੱਬ ਨੇ ਨਿਯਮ ਬਦਲਦਾ, ਸ਼ੇਰ ਨੇ ਘਾਹ ਖਾ ਲਿਆ, ਫਿਰ ਰੱਬ ਨੇ ਨਿਯਮ ਬਦਲਤਾ, ਦਰਖਤਾਂ ਨੂੰ ਫਲ ਲੱਗਣ ਦੀ ਬਜਾਏ ਮਠਿਆਈਆਂ ਵੀ ਲੱਗ ਸਕਦੀਆਂ ਫਿਰ ਉਹਦੀ ਗੱਲ ਵੀ ਮੰਨ ਲਓ, ਚਾਹੇ ਤਾਂ ਆਪਦੇ ਨੂੰ ਵੀ ਕਹੋ ਗਲਤ ਆ। ਇੱਥੇ ਹੁੰਦਾ ਕੀ ਆ ਵੀ ਆਪਦੇ ਧੜੇ ਨੂੰ ਤਾਂ ਬਚਾਇਆ ਜਾਂਦਾ, ਦੂਜੇ ਧੜੇ ਦਾ ਉਛਾਲਿਆ ਜਾਂਦਾ। ਤੇ ਬਾਕੀ ਜਦੋਂ ਪੁਜਾਰੀਵਾਦ ਦੀ ਗੱਲ ਹੁੰਦੀ ਹੈ ਵੀਰ ਜੀ, ਛੋਟੇ ਮੋਟੇ ਪੁਜਾਰੀਆਂ ਬਾਰੇ ਬੋਲਿਆ ਜਾਂਦਾ, ਵੱਡੇ ਪੁਜਾਰੀਆਂ ਬਾਰੇ ਨਹੀਂ ਬੋਲਿਆ ਜਾਂਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਗੁਰੂ ਨਾਨਕ ਪਾਤਸ਼ਾਹ ਨੇ ਜਿੱਥੇ ਧਰਮ ਦਾ ਪਹਿਰਾਵਾ ਪਾ ਕੇ ਲੁੱਟਣ ਵਾਲੇ ਪੁਜਾਰੀ ਨੂੰ, ਪੁਜਾਰੀ ਉਹ ਆ ਜਿਹੜਾ ਇੱਕ ਤਾਂ ਰਾਜਨੀਤਿਕ ਪੁਜਾਰੀ ਨੇ, ਇੱਕ ਧਾਰਮਿਕ ਪੁਜਾਰੀ ਨੇ। ਗੁਰੂ ਨਾਨਕ ਪਾਤਸ਼ਾਹ ਨੇ ਦੋਵੇਂ ਪੁਜਾਰੀਆਂ ਨੂੰ ਕਿਹਾ, ਪਾਤਸ਼ਾਹ ਨੇ ਕਿਹਾ ਰਾਜੇ ਸ਼ੀ ਮੁਕੱਦਮ ਕੁੱਤੇ ਜਾਇਜ਼ ਗੈਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਕਾਓ ਰੱਤ ਪਿੱਤ ਕੁੱਤਿਓ ਚੱਟ ਜਾਓ। ਰਾਜਨੀਤਿਕਾਂ ਨੂੰ, ਅਫਸਰਾਂ ਨੂੰ, ਜਿਹੜੇ ਲੋਕਾਂ ਨੂੰ ਲੁੱਟਦੇ ਆ, ਖੂਨ ਪੀਂਦੇ ਆ ਤੇ ਬਦਲੇ ਵਿੱਚ ਲੋਕਾਂ ਦਾ ਭਲਾ ਨਹੀਂ ਕਰਦੇ, ਕਹਿੰਦੇ ਆ ਵੀ ਅਸੀਂ ਭਲਾ ਕਰਦੇ ਆ ਪਰ ਲੁੱਟਦੇ ਆ। ਦੂਜੇ ਪਾਸੇ ਕਾਜੀ ਕੂੜ ਬੋਲ ਮਲ ਖਾਏ ਬਾਹਮਣ ਨਹਾਵੇ ਜੀਆਂ ਘਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ। ਧਾਰਮਿਕ ਲੋਕਾਂ ਨੂੰ ਵੀ ਕਿਹਾ। ਪਰ ਅੱਜ ਜਿਹੜੇ ਪ੍ਰਚਾਰਕ ਨੇ ਬਾਹਾਂ ਖੜੀਆਂ ਕਰ ਰੌਲਾ ਪਾਉਂਦੇ ਸੀ ਸੱਚੇ ਆ ਅਸੀਂ ਨਿਰਪੱਖਾਂ, ਕੀ ਕਦੇ ਜਿਹੜੇ ਰਾਜਨੀਤਿਕ ਲੀਡਰ ਗੰਦ ਪਾ ਰਹੇ ਆ ਉਹਨਾਂ ਬਾਰੇ ਬੋਲਣਗੇ? ਦਿੱਲੀ ਦੇ ਵਿੱਚ, ਇੱਥੇ ਪੰਜਾਬ ਦੇ ਵਿੱਚ ਬਰੂਦ ਫਟ ਗਿਆ, ਤਰਨ ਦੇ ਵਿੱਚ ਬੱਚੇ ਹੋ ਗਏ, ਉਹ ਗੁਰਦੁਆਰੇ ਨਾਲ ਜੁੜਦੀ ਸੀ, ਉਹ ਤਾਂ ਬਾਹਾਂ ਖੜ ਬੋਲੇ ਵੀ ਹਾਏ ਐਂ ਹੋ ਗਿਆ। ਗਲਤ ਹੋਇਆ, ਮੈਂ ਉਹਦੇ ਹੱਕ 'ਚ ਨਹੀਂ ਹੋਣਾ ਚਾਹੀਦਾ। ਪਰ ਦਿੱਲੀ ਦੇ ਵਿੱਚ ਕਿੰਨਾ ਬਰੂਦ ਫਟਿਆ, ਉਹ ਤੇ ਜ਼ਬਾਨ ਕਿਉਂ ਨਹੀਂ ਖੁੱਲੀ? ਹੈ ਡੈਮੋਕ੍ਰੇਸੀ ਦੀ ਗੱਲ ਆ, ਕੀ ਡੈਮੋਕ੍ਰੇਸੀ ਇਜਾਜ਼ਤ ਦਿੰਦੀ? ਡੈਮੋਕ੍ਰੇਸੀ ਦਾ ਬਲਾਤਕਾਰ ਹੋਇਆ ਦਿੱਲੀ 'ਚ ਹੁਣ, ਉਹ ਤੇ ਜ਼ਬਾਨ ਕਿਉਂ ਨਹੀਂ ਖੁੱਲੀ? ਕਿਉਂਕਿ ਉਹਨਾਂ ਵੱਡੇ ਲੀਡਰਾਂ ਦਾ ਸਿਰ ਤੋਂ ਹੱਥ ਚੱਕਿਆ ਜਾਊ ਜਿੱਦੇ ਅਸੀਂ ਇਹਨਾਂ ਪੁਆਇੰਟਾਂ ਤੇ ਬੋਲਣ ਲੱਗੇ। ਇੱਕ ਧਾਰਮਿਕ ਪੁਜਾਰੀ ਆ ਜਿਹੜਾ, ਉਹ ਝੂਠ ਬੋਲਦਾ ਵੀ ਤੁਸੀਂ ਮੈਨੂੰ ਮੱਥਾ ਟੇਕੋ, ਮੈਨੂੰ ਪੈਸੇ ਦਿਓ, ਮੈਂ ਤੁਹਾਡੇ ਦੁੱਖ ਦੂਰ ਕਰ ਦੂੰਗਾ। ਧਾਰਮਿਕ ਪੁਜਾਰੀ ਕਹਿੰਦਾ ਨਾ, ਅੱਜ ਤੋਂ 3 ਸਾਲ ਪਹਿਲਾਂ ਇੱਕ ਰਾਜਨੀਤਿਕ ਪੁਜਾਰੀ ਨੇ ਕਿਹਾ ਸੀ ਤੁਸੀਂ ਮੈਨੂੰ ਵੋਟਾਂ ਦੀ ਭੇਟਾ ਦਿਓ, ਤੁਹਾਨੂੰ 2500 ਪੈਨਸ਼ਨ ਦੇਊਂਗਾ। ਵੱਡਾ ਪੁਜਾਰੀ ਪਟਿਆਲੇ ਬੈਠਾ, ਉਹਨੇ ਕਿਹਾ ਤੁਸੀਂ ਮੈਨੂੰ ਵੋਟਾਂ ਦੀ ਭੇਟਾ ਦਿਓ, ਹਰ ਘਰ ਨੌਕਰੀ ਦੇਊਂਗਾ, ਤੁਸੀਂ ਮੈਨੂੰ ਵੋਟਾਂ ਦੀ ਭੇਟਾ ਦਿਓ, ਤੁਹਾਡਾ ਸਾਰਾ ਕਰਜ਼ਾ ਮਾਫ। ਪਰ ਇਸ ਵੱਡੇ ਪੁਜਾਰੀ ਬਾਰੇ ਮੂੰਹ ਨਹੀਂ ਖੋਲਣਾ, ਕਿਉਂਕਿ ਉਹਨਾਂ ਵੱਡੇ ਪੁਜਾਰੀਆਂ ਦੇ ਥੱਲੇ ਛੋਟੇ ਪੁਜਾਰੀ ਪਲਦੇ ਆ। ਸਾਰਿਆਂ ਦੀਆਂ ਕਾਟੀਆਂ, ਬਹੁਤਿਆਂ ਦੀਆਂ ਕਾਟੀਆਂ ਪਈਆਂ ਹੋਈਆਂ, ਕਿਸੇ ਦੀ ਬਾਦਲ ਨਾਲ ਕਾਟੀ ਪਈ ਹੋਈ ਆ, ਕਿਸੇ ਦੀ ਕੇਜਰੀਵਾਲ ਨਾਲ ਕਾਟੀ ਪਈ ਹੋਈ ਆ, ਕਿਸੇ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਕਾਟੀ ਪਈ ਹੋਈ ਆ। ਨਿਰਪੱਖ ਬੰਦਾ ਉਹ ਹੁੰਦਾ ਜਿਹੜਾ ਜਿਹਦੀ ਗੁਰੂ ਦੀ ਗੋਦ 'ਚ ਬੈਠਾ ਹੋਵੇ, ਉਹ ਬਾਬਰ ਨੂੰ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਜਿਹੜੇ ਛੋਟੇ ਪੁਜਾਰੀਆਂ ਬਾਰੇ ਤਾਂ ਬੋਲੀ ਜਾਂਦੇ ਆ। ਸਾਡੇ ਪੰਜਾਬ ਇੱਕ ਤਾਂ ਗੋਲਕ ਆ, ਗੁਰੂ ਦੀ ਗੋਲਕ 'ਚ ਪੈਸਾ ਪਾਇਆ, ਗੁਰੂ ਦੀ ਗੋਲਕ ਦੇ ਪੈਸੇ ਦੀ ਦੁਰਵਰਤੋਂ ਹੁੰਦੀ ਹੈ, ਸਾਰੇ ਬੋਲਦੇ ਆ। ਤੇ ਅਸੀਂ ਆਪਦੇ ਹੱਕ ਸੱਚ ਦੀ ਕਮਾਈ ਦਾ ਟੈਕਸ ਆ ਜਿਹੜਾ ਸਰਕਾਰ ਦੀ ਗੋਲਕ 'ਚ ਪਾਉਣੇ ਆ। ਸਰਕਾਰ ਉਸ ਪੈਸੇ ਤੇ ਐਸ਼ ਕਰਦੀ ਆ, ਉਹ ਗਲਤ ਫੈਸਲੇ ਕਰਦੀ ਹੈ। ਹੁਣ ਤੁਸੀਂ ਵੇਖੋ, ਪੰਜਾਬ ਸਰਕਾਰ ਨੇ ਫੈਸਲਾ ਲਾਗੂ ਕੀਤਾ 20 ਬੰਦਿਆਂ ਤੋਂ ਵੱਧ ਇਕੱਠ ਨਾ ਹੋਵੇ, ਧਾਰਮਿਕ ਸਮਾਗਮ ਰੱਦ ਕਰਤੇ। ਲੋਕ ਬਠਿੰਡੇ FIR ਕੱਟੀ ਗਈ ਇੱਕ ਮੈਰਿਜ ਪੈਲਸ ਵਾਲੇ ਤੇ ਕੱਲ ਵੀ ਉਹਨਾਂ ਨੇ ਆਪਦੇ ਪੈਲਸ ਵਿੱਚ ਇਕੱਠ ਕੀਤਾ। ਪਰ ਕੈਪਟਨ ਅਮਰਿੰਦਰ ਸਿੰਘ ਆਪਦੀ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਵੱਡੇ ਇਕੱਠ ਕਰ ਰਿਹਾ। ਇਹ ਧਾਰਮਿਕ ਪੁਜਾਰੀ ਆਪਦੀ ਕਹੀ ਗੱਲ ਨੂੰ ਕੰਡੈਮ ਖੁਦ ਹੀ ਕਰ ਰੱਦ ਰਿਹਾ। ਸਰਕਾਰ ਨੂੰ ਤਾਂ ਕਹਿ ਰਿਹਾ ਵੀ ਸਰਕਾਰ ਨੇ ਫੈਸਲਾ ਕਰਤਾ 20 ਬੰਦੇ ਤੋਂ ਵੱਧ ਇਕੱਠੇ ਨਾ ਹੋਵੋ, ਤੇ ਆਪ ਵੱਡੇ ਇਕੱਠ ਕਰ ਰਹੇ ਆ। ਇਹ ਗਲਤ ਨਹੀਂ ਗੱਲ? ਕੀ ਬਾਬਾ ਨਾਨਕ, ਗੁਰੂ ਗੋਬਿੰਦ ਸਿੰਘ ਸਰੀਰ ਕਰਕੇ ਹੁੰਦੇ ਬੋਲਦੇ ਨੇ ਇਹਨਾਂ ਗੱਲਾਂ ਤੇ? ਕਿ ਧਾਰਮਿਕ ਹੋਣ ਵਾਲੇ ਬੰਦੇ ਕਿਉਂ ਨਹੀਂ ਬੋਲਦੇ? ਕਿਉਂਕਿ ਉਹਨਾਂ ਦੀ ਛਤਰ ਛਾਇਆ ਹੇਠ ਪਲਣਾ। ਡੈਮੋਕ੍ਰੇਸੀ, ਜਿਹੜੀ ਡੈਮੋਕ੍ਰੇਸੀ ਦੇ ਤੋਤੇ ਬਣੇ ਹੋਏ ਆ, ਮੈਂ ਬੇਨਤੀ ਉਹਨਾਂ ਨੂੰ ਕਰੂੰਗਾ ਵੀ ਭਾਈ ਗੁਰੂ ਤੋਂ ਸੇਧ ਲਓ। ਅਸੀਂ ਜਿਹੜਾ ਡੈਮੋਕ੍ਰੇਟਿਕ ਢੰਗ ਕਿਵੇਂ ਕੰਮ ਕਰਦਾ, ਲੋਕਾਂ ਦਾ ਖੂਨ ਪੀਣ ਲਈ ਕੰਮ ਕਰਦਾ। ਪੰਜਾਬ ਸਾਰੀਆਂ ਸਟੇਟਾਂ ਨਾਲੋਂ ਵੱਧ ਬਿਜਲੀ ਪੰਜਾਬ ਦੇ ਵਿੱਚ ਮਹਿੰਗੀ ਆ। ਕਿਹਦੀ ਲੁੱਟ ਹੋ ਰਹੀ ਆ? ਆਮ ਲੋਕਾਂ ਦੀ। ਕੀ ਸਾਡਾ ਗੁਰੂ ਘਰ ਆਮ ਲੋਕਾਂ ਦੇ ਹੱਕ 'ਚ ਬੋਲਦਾ ਕਿ ਨਹੀਂ ਬੋਲਦਾ? ਗੁਰੂ ਸਾਹਿਬ ਹੁੰਦੇ, ਬਾਬਰ ਕੀ ਕਰ ਰਿਹਾ ਸੀ? ਲੋਕਾਂ ਨੂੰ ਲੁੱਟ ਹੀ ਰਿਹਾ ਸੀ ਟੈਕਸ ਦੇ ਰੂਪ ਦੇ ਵਿੱਚ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗਿਆ ਦਾਨ ਬੇ ਲਾ ਲਓ। ਦਾਨ ਦਾ ਮਤਲਬ ਕੀ ਸੀ? ਟੈਕਸ। ਸਾਡੇ ਤੇ ਗਊ ਸੈਸ ਲੱਗੇ, ਪਰ ਗਊਆਂ ਸੜਕਾਂ ਤੇ ਤੁਰੀਆਂ ਫਿਰਦੀਆਂ, ਕਿਸਾਨਾਂ ਦੀਆਂ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਖਾ ਰਹੀਆਂ। ਇਹ ਤੇ ਕਿਉਂ ਨਹੀਂ ਬੋਲਿਆ ਜਾ ਰਿਹਾ? ਜਿਹੜੇ ਮੁੱਦੇ, ਪੰਜਾਬ ਤਾਂ ਬਰਬਾਦ ਹੋ ਰਿਹਾ। 12,697 ਕਰੋੜ 2 ਸਾਲਾਂ ਦੇ ਵਿੱਚ ਸਾਡੇ ਪਬਲਿਕ ਦਾ ਟੈਕਸ ਜਿਹੜਾ ਸਰਕਾਰ ਦੇ ਖਜ਼ਾਨੇ 'ਚ ਪਾਇਆ ਸੀ, 12,697 ਕਰੋੜ ਰੁਪਈਆ ਸਰਕਾਰ ਨੇ ਜਿਹੜੇ ਪ੍ਰਾਈਵੇਟ ਥਰਮਲ ਵਾਲਿਆਂ ਦੇ ਢਿੱਡ 'ਚ ਪਾਤਾ। ਉਹ ਹੁਣ ਤੁਸੀਂ ਮੇਰੇ ਆਏ ਹੋ ਗੱਡੀ ਤੇ ਇੱਥੇ, ਤੁਸੀਂ ਪੈਟਰੋਲ ਪੰਪ ਤੇ ਗਏ, ਤੇਲ ਪਵਾਇਆ ਤਾਂ ਪੈਸੇ ਦਿੱਤੇ ਹੋਣਗੇ। ਜੇ ਪੈਟਰੋਲ ਪੰਪ ਵਾਲਾ ਕਹੇ ਵੀ ਤੁਸੀਂ ਮੇਰੇ ਪੰਪ ਦੇ ਮੂਹਰ ਦੀ ਲੰਘੇ ਪੈਸੇ ਦਿਓ, ਤੇਲ ਤੁਸੀਂ ਕਹੋ ਤੇਲ ਤਾਂ ਪਵਾਇਆ ਨਹੀਂ, ਉਹ ਕਹਿਣਗੇ ਨਾ ਇਹ ਤੁਸੀਂ ਸਾਡੇ ਪੰਪ ਦੇ ਮੂਹਰ ਦੀ ਲੰਘੇ ਤਾਂ ਵੀ ਪੈਸੇ ਦੇਣੇ ਪੈਣਗੇ। ਜਿਹੜੇ ਥਰਮਲ ਨੇ ਇਹ ਕੀ ਕਰ ਰਹੇ ਆ? ਉਹ ਕਹਿੰਦੇ ਪੰਜਾਬ ਸਾਤੋਂ ਬਿਜਲੀ ਖਰੀਦੇ ਨਾ ਖਰੀਦੇ 77,000 ਕਰੋੜ ਰੁਪਈਆ ਸਾਨੂੰ ਦੇਣਾ ਪਊਗਾ, ਜਿਸ 'ਚੋਂ 12,697 ਕਰੋੜ 2 ਸਾਲਾਂ 'ਚ ਦੇ ਦਿੱਤਾ ਗਿਆ। ਕੀ ਆਮ ਲੋਕਾਂ ਦੀ ਲੁੱਟ ਨਹੀਂ? ਕੀ ਇਹਦੇ ਨਾਲ ਖੂਨ ਨਹੀਂ ਚੂਸਿਆ ਜਾ ਰਿਹਾ ਸਾਡਾ? ਜਿੱਥੇ ਧਾਰਮਿਕ ਪੁਜਾਰੀ ਸਾਨੂੰ ਲੁੱਟ ਰਹੇ ਆ, ਗੁਰੂ ਦੀਆਂ ਗੋਲਕਾਂ ਦੀ ਨਜਾਇਜ਼ ਵਰਤੋਂ ਹੋ ਰਹੀ ਆ, ਉੱਥੇ ਵੀਰ ਜੀ ਸਾਡੇ ਆਮ ਲੋਕਾਂ ਦੇ ਟੈਕਸ ਦੇ ਨਾਲ, ਆਮ ਲੋਕਾਂ ਦੇ ਟੈਕਸ ਨਾਲ ਇਕੱਠੀ ਹੋਈ ਮਾਇਆ ਤੇ ਲੀਡਰ ਤੇ ਅਫਸਰਸ਼ਾਹੀ ਐਸ਼ ਕਰ ਰਹੀ ਆ, ਕਰਪਟ ਹੋਇਆ। ਗੁਰੂ ਨੇ ਸਾਨੂੰ ਉਹਨਾਂ ਖਿਲਾਫ ਵੀ ਬੋਲਣਾ ਸਿਖਾਇਆ। ਔਰੰਗਜ਼ੇਬ ਕੋਈ ਡੇਰਾ ਬਣਾ ਕੇ ਨਹੀਂ ਸੀ ਬੈਠਾ, ਔਰੰਗਜ਼ੇਬ ਮੱਥੇ ਟਿਕਾਉਂਦਾ ਸੀ। ਗੁਰੂ ਗੋਬਿੰਦ ਸਿੰਘ ਦੀ ਕੀ ਲੜਾਈ ਸੀ?
ਪਾਤਸ਼ਾਹ ਦੀ ਉਹਨਾਂ ਨੇ ਇਹ ਲੜਾਈ ਸੀ ਵੀ ਤੂੰ ਸਰਕਾਰ ਵਿੱਚ ਹੋ ਕੇ ਤੇਰੀ ਸਰਕਾਰ ਆ, ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਦਾ ਫਰਜ਼ ਬਣਦਾ। ਤੇ ਭਾਈ ਅੱਜ ਵੀ ਤੇਰਾ ਫਰਜ਼ ਬਣਦਾ। ਅੱਜ ਵੀ ਜਿਹੜੇ ਧਾਰਮਿਕ ਅਸੀਂ ਫੀਲਡ 'ਚ ਵਿਚਰਦੇ ਹਾਂ, ਚਾਹੇ ਤਾਂ ਅਸੀਂ ਆਪਣੇ ਆਪ ਨੂੰ ਜੇ ਗੁਰੂ ਦੇ ਸਿੱਖ ਕਹਾਉਂਦੇ ਆ, ਕਰਪਟ ਅਫਸਰਸ਼ਾਹੀ, ਕਰਪਟ ਰਾਜਨੀਤਿਕ ਲੀਡਰ ਕਿਸੇ ਵੀ ਪਾਰਟੀ ਦਾ, ਚਾਹੇ ਬਾਦਲ ਦਾ, ਚਾਹੇ ਝਾੜੂ ਵਾਲਿਆਂ ਦਾ, ਚਾਹੇ ਕਾਂਗਰਸ ਵਾਲਿਆਂ ਦਾ, ਜਿਹੜਾ ਗਲਤ ਆ ਬੋਲੋ। ਤੇ ਜੇ ਅਸੀਂ ਨਹੀਂ ਬੋਲ ਰਹੇ ਇਹਨਾਂ ਵਿਸ਼ਿਆਂ ਤੇ, ਜੇ ਆਮ ਕੋਈ ਆਪਸ ਨਿੱਕੀ ਜਿਹੀ ਲੜਾਈ ਹੋ ਜੇ ਆਪਸ ਵਿੱਚ, ਉਹ ਤਾਂ ਬਾਹਾਂ ਖੜਖੜ ਸਟੇਟਮੈਂਟਾਂ ਦਿੰਨੇ ਆ। ਤੇ ਜੇ ਪਟਿਆਲੇ ਦੇ ਵਿੱਚ ਸਾਡੀਆਂ ਧੀਆਂ ਭੈਣਾਂ ਦੀ ਬੇਪੱਤੀ ਹੋਈ, ਉੱਥੇ ਚੁੰਨੀਆਂ ਲਾਈਆਂ ਗਈਆਂ, ਗੁਲਾਮਾਂ 'ਚ ਹੱਥ ਪਾ ਘੜੀਸੀਆਂ ਗਈਆਂ ਥੋੜੇ ਦਿਨ ਪਟਿਆਲੇ ਤੇ, ਉਹਨਾਂ ਮੁੱਦਿਆਂ ਤੇ, ਉਸ ਜ਼ੁਲਮ ਦੇ ਖਿਲਾਫ, ਉਸ ਧੱਕੇ ਦੇ ਖਿਲਾਫ ਸਾਡੀ ਜ਼ੁਬਾਨ ਬਣਦਾ। ਕੀ ਡੈਮੋਕ੍ਰੇਸੀ ਇਹ ਹੱਕ ਨਹੀਂ ਦਿੰਦੀ ਕਿ ਹਰ ਇੱਕ ਬੰਦਾ ਆਪਣੀ ਆਵਾਜ਼ ਬੁਲੰਦ ਕਰ ਸਕਦਾ? ਤੇ ਜਿਹੜੇ ਡੈਮੋਕ੍ਰੇਸੀ ਦੇ ਤੋਤੇ ਇਹਨਾਂ ਗੱਲਾਂ ਤੇ ਕਾਹਤੋਂ ਚੁੱਪ ਆ ਫਿਰ? ਮਤਲਬ ਗੁਰੂ ਦੇ ਸਿੱਖ ਬਣ ਗਏ ਸੀ, ਡੈਮੋਕ੍ਰੇਸੀ ਦੇ ਤੋਤੇ ਨਾ ਬਣ ਗਏ। ਤੁਸੀਂ ਗੱਲ ਕਰਦੇ ਆ ਗੁਰੂ ਦੇ ਸਿੱਖ ਬਣੀਏ, ਗੁਰੂ ਸਾਹਿਬ ਦੀ ਵਿਚਾਰਧਾਰਾ ਤੇ ਚੱਲੀਏ, ਮਿਸ਼ਨ ਇੱਕ ਆ, ਫਿਰ ਸੋਚ ਕਿਉਂ ਨਹੀਂ ਮਿਲ ਰਹੀ? ਕਿਉਂਕਿ ਗੁਰੂ ਸਾਹਿਬ ਦੀ ਵਿਚਾਰਧਾਰਾ ਤੇ ਚੱਲਣਾ, ਮਿਸ਼ਨ ਇੱਕ ਆ, ਵਿਚਾਰ ਨਹੀਂ ਮਿਲ ਰਹੀ, ਸਾਰੇ ਪ੍ਰਚਾਰ ਇਕੱਠੇ ਨਹੀਂ ਹੋ ਰਹੇ, ਸਾਰੇ ਆਪੋ ਆਪਣੀ ਡਫਲੀ ਵਜਾ ਰਹੇ ਆ। ਸਾਰੇ ਕਹਿੰਦੇ ਆ ਕਿ ਮੇਰੇ ਡੇਰੇ 'ਚ ਆ ਜਾ, ਮੇਰੇ ਗੁਰਦੁਆਰੇ 'ਚ ਆ ਜਾ, ਮੇਰਾ ਵਿਚਾਰ ਸੁਣ ਲਾ, ਮੇਰੀ ਗੱਲਬਾਤ ਸੁਣ, ਪਰ ਗੁਰੂ ਸਾਹਿਬ ਦੀ ਵਿਚਾਰਧਾਰਾ ਤੇ ਸਾਰੇ ਕਿਉਂ ਨਹੀਂ ਚੱਲ ਰਹੇ? ਹਉਮੈ ਨਹੀਂ ਵੀਰ ਜੀ ਟਿਕਣ ਦਿੰਦੀ, ਹੰਕਾਰ ਆ ਨਾ ਜਿਹੜਾ। ਜਿਹੜੇ ਗੁਰੂ ਕੋਲੇ ਆਉਣਾ, ਪਾਤਸ਼ਾਹ ਮਹਾਰਾਜ ਨੇ ਇੱਕ ਗੱਲ ਕਹੀ ਸੀ ਵੀ ਗੁਰੂ ਕੋਲ ਆਉਣ ਵੇਲੇ ਹੰਕਾਰ ਛੱਡ ਕੇ ਆਈ। ਹੰਕਾਰ ਕਬੀਰ ਸਾਧੂ ਕੋ ਮਿਲਣੇ ਜਾਈਏ, ਸਾਥ ਨ ਲੀਜੇ ਕੋਈ। ਭਾਵ ਗੁਰੂ ਕੋਲ ਜਾਣਾ, ਆਪਦੇ ਨਾਲ ਆਪਦੀ ਹਉਮੈ, ਆਪਦੀ ਵਿਦਵਤਾ, ਆਪਦਾ ਵੱਡਾ ਢਾਂਚਾ ਨਾਲ ਲੈ ਕੇ ਜਾਈ। ਗੁਰੂ ਕੋਲੇ ਉਦੋਂ ਬੈਠਾਂਗੇ ਜਦੋਂ ਸਾਰਾ ਕੁਝ ਛੱਡ ਕੇ ਆਵਾਂਗੇ। ਰਾਏ ਬਲਾਰ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਬਹਿ ਗਿਆ ਸੀ ਜਦੋਂ ਨੇ ਇਹ ਛੱਡਤਾ ਸੀ ਮੈਂ ਬਹੁਤ ਵੱਡਾ ਲੀਡਰ ਹਾਂ। ਗੁਰੂ ਅੰਗਦ ਪਾਤਸ਼ਾਹ, ਗੁਰੂ ਅਮਰਦਾਸ ਪਾਤਸ਼ਾਹ ਜਦੋਂ ਆਏ ਨੇ, ਗੁਰੂ ਅੰਗਦ ਪਾਤਸ਼ਾਹ ਦੇ ਚਰਨਾਂ 'ਚ ਹੰਗਤਾ ਛੱਡ ਕੇ ਆਏ ਨੇ, ਨਹੀਂ ਤਾਂ ਬਾਹਰੀ ਤੌਰ ਤੇ ਕੁੜਮ ਨੇ ਉਹ ਲੜਕੇ ਵਾਲੇ ਪਾਸਿਓਂ। ਇਹ ਕਹਿਣ ਮਾਤਰ ਕਿਹਾ ਜਾ ਰਿਹਾ ਵੀ ਅਸੀਂ ਗੁਰੂ ਦਾ ਪ੍ਰਚਾਰ ਕਰ ਰਹੇ, ਅਸਲ 'ਚ ਗੁਰੂ ਦੇ ਪ੍ਰਚਾਰ ਦੇ ਨਾਂ ਤੇ ਮੈਂ ਤਾਂ ਇਹ ਸੋਚਦਾ ਵਪਾਰ ਹੋ ਰਿਹਾ। ਕਿਉਂਕਿ ਆਮ ਲੋਕਾਂ ਨੂੰ ਫਿਕਰ ਨਹੀਂ, ਤੇ ਆਮ ਖੈਰ ਹੁਣ ਤਾਂ ਖੈਰ ਸੰਗਤ ਸਿਆਣੀ ਹੋ ਰਹੀ ਆ, ਹੌਲੀ ਹੌਲੀ ਇਸ ਕਾਟੋ ਕਲੇਸ਼ ਵਿੱਚੋਂ ਬਹੁਤ ਗੱਲਾਂ ਕਲੀਅਰ ਹੋ ਰਹੀਆਂ ਵੀ ਭਾਈ ਸਾਰਿਆਂ ਨੂੰ ਆਪੋ ਆਪਣੇ ਢਿੱਡ ਦੀ ਪਈ ਹੋਈ ਆ। ਆਮ ਲੋਕਾਂ ਦੇ ਜਿਹੜੇ ਮੁੱਦੇ ਆ, ਹੁਣ ਫਰਜ਼ ਕਰੋ ਜਿਹਦੀ ਮਾਂ ਨੂੰ ਕੈਂਸਰ ਆ, ਉਹਨੂੰ ਤਾਂ ਇਲਾਜ ਚਾਹੀਦਾ ਨਾ। ਉਹਨੂੰ ਲੜਾਈਆਂ ਧੜਿਆਂ ਦੀ ਲੜਾਈ ਦਾ ਉਹਨੂੰ ਕੀ ਮਤਲਬ ਆ? ਉਹ ਤਾਂ ਕਹਿੰਦਾ ਯਾਰ ਉਹ ਕਹਿੰਦਾ ਡਿਬੇਟ ਤੁਸੀਂ ਟੈਲੀਵਿਜ਼ਨਾਂ ਤੇ ਕਰ ਲਓ ਤਾਂ ਵੀ ਨਹੀਂ ਮੇਰੀ ਮਾਂ ਨੂੰ ਤਾਂ ਦਵਾਈ ਮਿਲਣੀ, ਚਾਹੇ ਤੁਸੀਂ ਆਮਣੇ ਸਾਹਮਣੇ ਬਹਿ ਕੇ ਮਿਲ ਜਾਓ। ਕਿਸੇ ਦਾ ਪੁੱਤ ਕੈਂਸਰ ਨਾਲ ਮਰ ਰਿਹਾ, ਉਹ ਚਾਹੇ ਤਾਂ ਆਮਣੇ ਸਾਹਮਣੇ ਬਹਿ ਕੇ ਡਿਬੇਟ ਕਰ ਲਓ ਤਾਂ ਵੀ ਨਹੀਂ ਕੁਛ ਮਿਲਣਾ, ਤੇ ਜੇ ਇਹਦੇ ਤੇ ਕਰ ਲਓਗੇ, ਟੈਲੀਵਿਜ਼ਨ ਤੇ ਕਰ ਲਓਗੇ ਤਾਂ ਵੀ ਨਹੀਂ ਮਿਲਣਾ। ਜਿਹੜੇ ਬਾਬੇ ਨਾਨਕ ਦੇ ਘਰ ਨੇ ਗਰਾਊਂਡ ਤੇ ਉਤਰ ਕੇ ਲੋਕਾਂ ਦੇ ਲਈ ਕੰਮ ਕੀਤੇ ਸੀ, ਇਹ ਕੁੱਕੜ ਖੇਡ ਆਉਣ ਵਾਲੇ ਪਾਸੇ ਤੇ ਇਹ ਬੰਦਾ ਮੈਂ ਕਹਿਣਾ ਵੀ ਪਾਪੂਲੈਰਿਟੀ ਦਾ ਸੋਹਣਾ ਤਰੀਕਾ, ਮੈਨੂੰ ਤਾਂ ਇਹ ਲੱਗਦਾ ਜੀ। ਜੀ ਤੁਸੀਂ ਮੰਨਦੇ ਹੋ, ਤੁਸੀਂ ਵੀ ਪ੍ਰਚਾਰਕ ਹੋ, ਤੁਸੀਂ ਸਟੇਜਾਂ ਤੇ ਜਾਂਦੇ ਹੋ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਸੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ, ਦੋਸ਼ੀ ਅੱਜ ਵੀ ਸਲਾਖਾਂ ਤੋਂ ਬਾਹਰ ਫਿਰਦੇ ਨੇ, ਉਹਨਾਂ ਨੂੰ ਪੂਰੀ ਸਜ਼ਾ ਨਹੀਂ ਮਿਲੀ ਜੋ ਮਿਲਣੀ ਚਾਹੀਦੀ ਸੀ। ਸਰਕਾਰਾਂ ਆਪਾਂ ਦੋਸ਼ੀ ਕਹਿ ਦਿੰਦੇ ਸਾਰੇ, ਤੁਸੀਂ ਵੀ ਸਟੇਜਾਂ ਤੇ ਬਹਿ ਕੇ ਕਹਿ ਦਿੰਦੇ ਸਰਕਾਰਾਂ ਦੋਸ਼ੀ ਆ, ਸਰਕਾਰਾਂ ਦੋਸ਼ੀ ਆ। ਤੁਸੀਂ ਮੰਨਦੇ ਹੋ ਕਿ ਪ੍ਰਚਾਰਕ ਵੀ ਦੋਸ਼ੀ ਆ? ਪ੍ਰਚਾਰਕ ਮਿਲ ਕੇ ਨਹੀਂ ਚੱਲੇ, ਪ੍ਰਚਾਰਕ ਇੱਕ ਮੁੱਠ ਨਹੀਂ ਹੋਏ, ਪ੍ਰਚਾਰਕਾਂ ਨੇ ਧਰਨੇ ਚੁਕਵਾਤੇ, ਪ੍ਰਚਾਰਕ ਬੋਲਣੋਂ ਹਟ ਗਏ। ਤੁਸੀਂ ਵੀ ਮੰਨਦੇ ਹੋ ਕਿ ਦੋਸ਼ੀ ਆ ਪ੍ਰਚਾਰਕ ਵਿੱਚ? ਬਿਲਕੁਲ ਜੀ, ਜਿਹੜੇ ਬੋਲਣੋਂ ਹਟ ਗਏ ਉਹ ਦੋਸ਼ੀ ਨੇ, ਜਿਹੜੇ ਇਸ ਮਸਲੇ ਤੇ ਬੋਲਣੋਂ ਹਟ ਗਏ ਨੇ ਉਹ ਦੋਸ਼ੀ ਨੇ। ਪਰ ਅਸੀਂ ਮਤਲਬ ਕਹਿ ਲਓ ਵੀ ਦਰਬਾਰੇ ਖਾਲਸਾ ਵੱਲੋਂ ਲਗਾਤਾਰ ਅਸੀਂ ਜਿਹੜੀ ਆਵਾਜ਼ ਬੁਲੰਦ ਕਰਦੇ ਆ ਰਹੇ ਹਾਂ। ਹੁਣ ਵੀ ਜਿਹੜਾ ਆ ਕਰੋਨਾ ਵਾਇਰਸ ਕਰਕੇ 22 ਤਰੀਕ ਨੂੰ ਕਿ ਢਿੱਲੋਂ ਦੀ ਕੋਠੀ ਨੂੰ ਘੇਰਨਾ ਸੀਗਾ, ਵੀ ਉਹਦੀ ਜਵਾਬ ਤਲਬੀ ਕਰਨੀ ਸੀ ਵੀ ਤੁਸੀਂ ਸੌਹਾਂ ਬੜੇ ਇਮੋਸ਼ਨਲੀ ਭਾਸ਼ਣ ਦਿੱਤੇ ਸੀਗੇ ਵੀ ਵਿਧਾਨ ਸਭਾ ਦੇ ਵਿੱਚ ਅਸੀਂ ਹੱਲ ਕਰਾਂਗੇ। 3 ਸਾਲ ਹੋ ਗਏ ਸਰਕਾਰ ਤੁਹਾਡੀ ਆਈ ਨੂੰ, ਹੁਣ ਤੁਸੀਂ ਬਹਾਨਾ ਨਹੀਂ ਲਾ ਸਕਦੇ। ਹਾਂ ਹੋਇਆ, ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੋਇਆ। ਪਹਿਲਾਂ ਕੋਟਕਪੂਰੇ ਧਰਨਾ ਲੱਗਿਆ ਸੀਗਾ, ਜਿਹੜੇ ਬੰਦੇ ਉੱਥੇ ਕੋਟਕਪੂਰੇ ਧਰਨੇ 'ਚ ਮੈਕ ਨਹੀਂ ਛੱਡਦੇ, ਜਦੋਂ ਫਰਜ਼ ਕਰੋ ਉੱਥੇ ਧਰਨਾ ਲੱਗਿਆ, ਸਾਰੇ ਆ ਕੇ ਵੇਖ ਕੇ ਚਾਹ, ਕੋਈ ਲੰਗਰ ਲੱਗਿਆ, ਕੋਈ ਪਿੰਡ ਵਾਲੇ ਚਾਹ ਲੈ ਕੇ ਆਇਆ, ਤੇ ਕਿਸੇ ਨੇ ਕਿਹਾ ਵੀ ਜਿਹੜੇ ਉਦੋਂ ਮੁੱਖ ਲੀਡ ਕਰ ਰਹੇ ਸੀਗੇ, ਅਸਲ 'ਚ ਆਮ ਲੋਕਾਂ ਅੰਦਰ ਅੱਜ ਵੀ ਗੁੱਸਾ ਹੈ ਗੁਰੂ ਗ੍ਰੰਥ ਦੀ ਬੇਅਦਬੀ ਕਰਨ ਵਾਲਿਆਂ ਦੇ ਪ੍ਰਤੀ, ਉਹ ਭੁੱਲੇ ਨਹੀਂ। ਪਰ ਜਿਹੜੇ ਲੀਡ ਕਰਨ ਵਾਲੇ ਸੀ ਧਰਨੇ ਨੂੰ ਉਹ ਭੁੱਲ ਗਏ, ਉਹ ਮਤਲਬ ਕਹਿ ਲਓ ਵੀ ਕੰਨ ਲਪੇਟ ਕੇ ਘਰਾਂ 'ਚ ਬਹਿ ਗਏ। ਕੋਟਕਪੂਰੇ ਚੌਂਕ ਦੇ ਵਿੱਚ ਧਰਨਾ ਲੱਗਿਆ, ਮਾਵਾਂ ਉਹਦੇ ਬੱਚਿਆਂ ਨੂੰ ਬੁੱਕਲ 'ਚ ਬਿਠਾ ਕੇ ਸੜਕਾਂ ਤੇ ਬਹਿ ਗਈਆਂ ਸੀਗੀਆਂ, ਪਰ ਲੀਡ ਕਰਨ ਵਾਲਾ ਬੰਦਾ ਜਿਹੜਾ ਮੈਕ ਨਹੀਂ ਛੱਡਦਾ। ਜਿਹੜੇ ਲੀਡਰ ਸੀਗੇ ਉਦੋਂ ਕਹਿ ਰਹੇ ਸੀ ਕਿ ਭਾਈ ਜੀ ਚਾਹ ਦੀ ਅਨਾਉਂਸਮੈਂਟ ਕਰਨੀ ਆ, ਹੋਰ ਨਹੀਂ ਕੋਈ ਕਰੂਗਾ, ਮੈਂ ਕਰੂੰਗਾ। ਪਹਿਲਾਂ ਤਾਂ ਮੈਕ ਨਹੀਂ ਛੱਡਦੇ, ਬਾਅਦ ਵਿੱਚ ਪਤਾ ਨਹੀਂ ਕੀ ਇਹੋ ਜਿਹੀ ਗਿੱਟ ਮਿੱਟ ਹੋਈ ਜਾਂ ਕੀ ਭਾਣਾ ਵਾਪਰਿਆ, ਕੋਟਕਪੂਰਾ ਚੌਂਕ ਛੱਡ ਕੇ ਭੱਜ ਗਏ ਤੇ ਅੱਜ ਤੱਕ ਦਿਖੇ ਨਹੀਂ। ਤੇ ਦੂਜੇ ਪਾਸੇ ਬਰਗਾੜੀ, ਵੱਡਾ ਇਕੱਠ ਹੁੰਦਾ ਸੀ, ਵੱਡੀਆਂ ਗੱਲਾਂ ਕਰਦੇ ਸੀ ਤੇ ਉਹ ਭੱਜ ਗਏ। ਲੱਖੇ ਸਧਾਣੇ ਉਹਨਾਂ ਨੇ ਕੀ ਸਾਰੀਆਂ ਗੱਲਾਂ ਕਹੀਆਂ ਤੁਹਾਡੇ ਸਾਹਮਣੇ ਆ, ਮੈਂ ਹਨਾ। ਤੇ ਆਮ ਲੋਕਾਂ 'ਚ ਹਲੇ ਵੀ ਹੈ। ਤੇ ਬੇਨਤੀ ਹੈ ਵੀ ਜੇ ਇਹ ਗੁਰੂ ਸਾਹਿਬ ਦਾ ਮਸਲਾ, ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੱਥਾ ਟੇਕ ਕੇ, ਸਿੱਖ ਤਾਂ ਸਵੇਰ ਤੋਂ ਲੈ ਕੇ ਦਿਨ ਸ਼ੁਰੂ ਹੋਣ ਤੋਂ ਲੈ ਕੇ ਸਮਾਪਤੀ ਤੱਕ ਦਾਤੇ ਦੇ ਓਟ ਆਸਰੇ ਦੀ ਗੱਲ ਕਰਦਾ ਸੀ। ਉਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਊਗੀ। ਜਿਹੜੇ ਦੋਸ਼ੀ ਨੇ, ਜਿਹੜੇ ਮਾਸਟਰਮਾਈਂਡ ਨੇ, ਉਹਨਾਂ ਤੱਕ ਪਹੁੰਚ ਹੋਣੀ ਚਾਹੀਦੀ ਹੈ। ਸਿੱਖਾਂ ਦੇ ਹਿਰਦੇ ਫੇਰ ਠਰਨਗੇ। ਕਈ ਬੰਦੇ ਕੀ ਇਹਨੂੰ ਪੈਸੇ ਨਾਲ ਤੋਲਣ ਲੱਗੇ ਹੋਏ ਆ। ਉਹ ਕਹਿ ਰਹੇ ਵੀ ਦੇਖੋ ਬਰਗਾੜੀ ਮੋਰਚੇ ਦੇ ਵਿੱਚੋਂ ਇੰਨਾ ਪੈਸਾ ਮਿਲ ਗਿਆ। ਤੇ ਉਹ ਕ੍ਰਿਸ਼ਨ ਭਗਵਾਨ ਸਿੰਘ ਹੋਣਾ ਦੇ ਪੁੱਤ ਨੇ ਇੱਕ ਗੱਲ ਕਹੀ ਸੀ, ਉਹ ਕਹਿੰਦੇ
ਵੀ ਮੇਰਾ ਪਿਓ ਇਸ ਕਰਕੇ ਨਹੀਂ ਉੱਥੇ ਜਾ ਕੇ ਬੈਠਾ ਸੀਗਾ ਵੀ ਕੱਲ ਨੂੰ ਮੈਂ ਮਰ ਜੂੰਗਾ ਤੇ ਮੇਰਾ ਪੁੱਤ ਕਰੋੜਾਂ 'ਚ ਖੇਡੂ। ਉਹ ਕਹਿੰਦਾ 1 ਕਰੋੜ ਦੀ ਥਾਂ ਮੈਥੋਂ 2 ਕਰੋੜ ਲੈ ਲਓ ਪਰ ਮੇਰਾ ਬਾਪੂ ਵਾਪਸ ਲਿਆ ਕੇ ਦਿਓ। ਗੁਰਜੀਤ ਸਿੰਘ ਸਰਾਵਾਂ ਇਸ ਕਰਕੇ ਨਹੀਂ ਸੀ ਛਾਤੀ 'ਚ ਉਹਦੇ ਗੋਲੀਆਂ ਖਾਣ ਬੈਠਾ ਵੀ ਉੱਥੇ ਕੱਲ ਨੂੰ ਮੇਰੇ ਮਾਪਿਆਂ ਨੂੰ ਸਰਕਾਰੀ ਨੌਕਰੀ ਮਿਲ ਜੂ ਜਾਂ ਪੈਸਾ ਮਿਲੂਗਾ। ਉਹਨਾਂ ਦੇ ਹਿਰਦੇ ਉਸ ਦਿਨ ਠਰਨਗੇ ਜਿਹਦੇ ਮਾਸਟਰ ਮਾਈਂਡ ਅਸਲੀ ਦੋਸ਼ੀ ਲੱਭ ਕੇ ਸਲਾਖਾਂ ਪਿੱਛੇ ਸਿੱਟੇ, ਤੇ ਉਹਦੇ ਲਈ ਸਿਰ ਤੋੜ ਯਤਨ ਕਰਨੇ ਪੈਣਗੇ। ਇੱਕ ਮੁੱਠ ਹੋ ਕੇ ਆਵਾਜ਼ ਬੁਲੰਦ ਕਰਨੀ ਪਏਗੀ। ਜਿਹੜੇ ਲੋਕ ਦੋਸ਼ੀ ਨੇ ਉਹਨਾਂ ਤੱਕ ਪਹੁੰਚ ਕਰਨ ਦੇ ਲਈ ਆਪਾਂ ਨੂੰ ਰਲ ਕੇ ਹੰਭਲਾ ਮਾਰਨਾ ਪਏਗਾ। ਰਾਜਨੀਤਿਕ ਲੋਕਾਂ ਨੂੰ ਸਵਾਲ ਪੁੱਛਣੇ ਪੈਣਗੇ। ਸਵਾਲ ਕਰਕੇ ਵੀ ਅੱਜ ਉਦੋਂ ਬਾਦਲ ਦੀ ਸਰਕਾਰ ਸੀਗੀ, ਬਾਦਲ ਨੂੰ ਸਵਾਲ ਕਰਦੇ ਸੀਗੇ। ਅੱਜ ਕੈਪਟਨ ਦੀ ਸਰਕਾਰ ਆ ਤੇ ਕੈਪਟਨ ਦੇ ਮੰਤਰੀਆਂ ਨੂੰ, ਕੈਪਟਨ ਦੇ ਐਮਐਲਏ ਨੂੰ, ਕੈਪਟਨ ਦੇ ਚੇਅਰਮੈਨਾਂ ਨੂੰ ਸਵਾਲ ਕਰੋ ਕਿਉਂ ਨਹੀਂ ਕੀਤੇ ਜਾ ਰਹੇ। ਪਰ ਫਰਕ ਕੀ ਆ, ਮੈਨੂੰ ਐਵੇਂ ਲੱਗਦਾ ਵੀ ਜਿਹੜੇ ਬਾਦਲ ਦੇ ਧੜੇ, ਕੈਪਟਨ ਦੇ ਧੜੇ ਦੇ ਬੰਦੇ ਸੀਗੇ ਬਹੁਤੇ, ਉਹ ਜਦੋਂ ਬਾਦਲ ਦੀ ਸਰਕਾਰ ਸੀ ਬੜਾ ਉੱਚਾ ਬਾਹਾਂ ਖੜੀਆਂ ਕਰ ਬਾਦਲ ਖਿਲਾਫ ਬੋਲਦੇ ਸੀ। ਹੁਣ ਕੈਪਟਨ ਦੀ ਸਰਕਾਰ ਆ ਗਈ, ਉਹ ਚੁੱਪ ਕਰ ਗਏ। ਜਿਹੜੇ ਬਾਦਲ ਦੇ ਬੰਦੇ ਆ ਹੁਣ ਕਈ ਵਾਰੀ ਉਹ ਮਤਲਬ ਕਈ ਬਾਬੇ ਉਦੋਂ ਬੇਅਦਬੀ ਹੋਈ, ਉਦੋਂ ਬਾਬੇ ਬਹੁਤੇ ਬੋਲੇ ਨਹੀਂ, ਅੱਜ ਉਹ ਬੋਲੀ ਜਾਂਦੇ ਆ। ਹੋਣਾ ਕੀ ਚਾਹੀਦਾ ਵੀ ਇਹ ਆਪਦੇ ਧੜਿਆਂ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸਮਰਪਿਤ ਹੋ ਕੇ, ਜਿਹੜੇ ਗੁਰੂ ਦਾ ਦਿੱਤਾ ਖਾਨੇ ਆ ਨਾ, ਉਸ ਗੁਰੂ ਨੂੰ ਸਮਰਪਿਤ ਹੋ ਕੇ ਇਸ ਬੇਅਦਬੀ ਦੇ ਜਿਹੜੇ ਮਾਸਟਰ ਮਾਈਂਡ ਨੇ ਉਹਨਾਂ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਖਾਤਰ ਉਹਨੂੰ ਸਖਤ ਸਜ਼ਾਵਾਂ ਹੋਣ। ਇੱਕ ਮੁੱਠ ਹੋ ਕੇ ਗੁਰੂ ਤੋਂ ਸਿੱਧ ਲੈ ਕੇ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਕੁਲਦੀਪ ਸਿੰਘ ਵੀਰ ਜੀ ਇਹ ਬੇਨਤੀ ਕਰੂੰ ਵੀ ਗੁਰੂ ਦਾ ਵਾਸਤਾ, ਗੁਰੂ ਦਾ ਵਾਸਤਾ, ਬਾਕੀ ਚੀਜ਼ਾਂ ਛੱਡ ਦਿਓ। ਹੱਸਣਗੇ ਉਹ ਲੋਕ ਆਉਣ ਵਾਲੇ ਟਾਈਮ 'ਚ ਵੀ ਯਾਰ ਅਸੀਂ ਤੁਹਾਡੇ ਗੁਰੂ ਨੂੰ ਖਿਲਾਰਤਾ ਸੀ ਤੇ ਤੁਸੀਂ ਆਪਸ ਵਿੱਚ ਕੁੱਕੜ ਖੇਡਾਈ ਬੈਠੋ। ਜੇ ਇੰਨਾ ਜ਼ੋਰ ਇਸ ਪਾਸੇ ਧਿਆਨ ਦੇ ਦੇਗੇ ਵੀ ਆਓ ਅਸੀਂ ਚੈਲੰਜ ਕਰੀਏ ਵੀ ਉਹੀ ਕਹਿੰਦਾ ਵੀ ਉਹ ਬਾਬੇ ਦੇ ਡੇਰੇ ਜਾ ਕੇ ਇਹ ਚੈਲੰਜ ਕਰੇ ਵੀ ਆਓ ਆਪਾਂ ਸਾਰੇ ਇਕੱਠੇ ਹੋ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰ ਕੇ ਵੀ 10-3 ਸਾਲ ਹੋ ਗਏ ਬੇਅਦਬੀ ਦਾ ਮਸਲਾ। ਰਣਜੀਤ ਸਿੰਘ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ, ਅਮਰੀਕ ਸਿੰਘ ਜਨਾਲਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ, ਹਰਨਾਮ ਸਿੰਘ ਧੁੰਮਾ ਜੀ ਵੀ ਮੰਨਦੇ ਨੇ, ਹਰਜੀਤ ਸਿੰਘ ਢਪਾਲੀ ਵੀ ਮੰਨਦੇ ਨੇ, ਸਾਰੇ ਮੰਨਦੇ ਨੇ। ਬਾਕੀ ਸਾਰੀਆਂ ਗੱਲਾਂ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਲੱਭਣ ਲਈ ਸਰਕਾਰ ਤੇ ਪ੍ਰੈਸ਼ਰ ਪਾਉਣ ਲਈ ਇੱਕ ਮੁੱਠ ਹੋ ਜਾਈਏ। ਇਹ ਹੋਏਗਾ ਤਾਂ ਜੇ ਗੁਰੂ ਦਾ ਭੈ ਹੋਗਾ, ਫਿਰ ਇਸ ਮੁੱਦੇ ਤੇ ਜਿਹੜੀ ਆਵਾਜ਼ ਬੁਲੰਦ ਕਰਾਂਗੇ, ਨਹੀਂ ਤਾਂ ਫਿਰ ਆਪੋ ਆਪਣੀਆਂ ਡਫਲੀਆਂ ਵੱਜੀ ਜਾਂਦੀਆਂ ਨੇ। ਤੁਸੀਂ ਰਲ ਕੇ ਹਮਲਾ ਮਾਰਨ ਦੀ ਗੱਲ ਕਰਦੇ ਹੋ, ਸੰਗਤ ਨੇ ਬੜਾ ਰਲ ਕੇ ਹਮਲਾ ਮਾਰਿਆ, ਚਾਹੇ ਕੋਟਕਪੂਰੇ ਧਰਨਾ ਸੀ, ਚਾਹੇ ਬਰਗਾੜੀ ਦੇ ਵਿੱਚ ਧਰਨਾ ਸੀ। ਤੁਸੀਂ ਆਪ ਹੀ ਕਹਿ ਰਹੇ ਹੋ ਕਿ ਉਹ ਪਤਾ ਨਹੀਂ ਕਿੱਧਰ ਭੱਜ ਗਏ, ਤਿੱਤਰ ਹੋ ਗਏ, ਉੱਥੋਂ ਸਮਾਨ ਚੱਕ ਕੇ ਭੱਜ ਗਏ, ਕੋਟਕਪੂਰਾ ਦੇ ਚੌਂਕ 'ਚੋਂ ਗਾਇਬ ਹੋ ਗਏ। ਇਸ ਤੋਂ ਬਾਅਦ ਬਰਗਾੜੀ ਦੇ ਵਿੱਚੋਂ ਤੁਸੀਂ ਕਹਿੰਦੇ ਹੋ ਕੋਈ ਖੁਲਾਸੇ ਹੋਏ ਬਾਅਦ ਦੇ ਵਿੱਚ, ਪਰ ਸੰਗਤ ਜਾਵੇ ਕਿੱਥੇ? ਸੰਗਤ ਬਹੁਤ ਵੱਡਾ ਹਮਲਾ ਮਾਰਦੀ ਆ, ਸੰਗਤ ਹਰ ਸਮੇਂ ਨਾਲ ਖੜਦੀ ਹੈ, ਸੰਗਤ ਨੂੰ ਇੱਕ ਆਵਾਜ਼ ਮਾਰਦੇ ਆ ਤੇ ਲੱਖਾਂ ਦੀ ਗਿਣਤੀ 'ਚ ਸੰਗਤ ਇਕੱਠੀ ਹੋ ਜਾਂਦੀ ਆ। ਪਰ ਬਾਬੇ, ਸਾਡੇ ਪ੍ਰਚਾਰਕ, ਸਾਡੇ ਵਿਦਵਾਨ, ਸਾਡੇ ਗਿਆਨੀ ਇਕੱਠੇ ਨਹੀਂ ਹੋ ਰਹੇ। ਨਹੀਂ, ਸੰਗਤ ਮੈਂ ਇਹੀ ਬੇਨਤੀ ਕਰਦਾ ਵੀ ਜੀ ਆਦੇ ਮਾਧਿਅਮ ਰਾਹੀਂ ਵੀ ਸੰਗਤ ਸਵਾਲ ਕਰੇ ਨਾ ਵੀ ਹੁਣ ਫਰਜ਼ ਕਰੋ ਮੈਨੂੰ, ਮੈਂ ਦੀਵਾਨ ਲਾਉਣ ਜਾਣਾ, ਮੈਨੂੰ ਸੁਣਦਾ, ਮੈਨੂੰ ਕਰੇ ਜਦੋਂ ਮੈਨੂੰ ਕੋਈ ਸਵਾਲ ਕਰੇ ਕਿ ਵੀ ਤੂੰ ਕੋਟਕਪੂਰੇ ਬੈਠਾ ਸੀ, ਬਰਗਾੜੀ ਵੀ ਗਿਆ ਸੀ, 16 ਸਤੰਬਰ ਨੂੰ ਬਰਗਾੜੀ ਵੀ ਗਿਆ ਸੀ, ਵੀ ਹੁਣ ਤੁਹਾਡਾ ਅਸੀਂ ਦੱਸ ਦਾਂਗੇ ਭਾਈ ਹੁਣ ਵੀ ਇਸ ਤਰ੍ਹਾਂ ਰੌਲਾ ਪਾ ਰਹੇ ਹਾਂ, ਆਹ ਦੇਖੋ ਆਹ ਅਸੀਂ ਐਕਸ਼ਨ ਕਰ ਰਹੇ ਹਾਂ। ਇਹ ਜੇਕਰ ਸੰਗਤ ਕੁਲਦੀਪ ਸਿੰਘ ਜੀ ਦੂਜਿਆਂ ਨੂੰ ਸਵਾਲ ਕਰੇ, ਹੁਣ ਤੁਸੀਂ ਮੀਡੀਆ ਵਾਲੇ ਵੀਰ ਹੋ, ਤੁਸੀਂ ਜਾਣਦੇ ਹੋ, ਤੁਸੀਂ ਉਹਨਾਂ ਪ੍ਰਚਾਰਕਾਂ ਦੇ, ਉਹਨਾਂ ਬਾਬਿਆਂ ਦੇ ਮੂਹਰੇ ਮੈਂ ਕਰਕੇ ਵੀ ਤੁਸੀਂ ਆਹ ਤਾਂ ਕੁੱਕੜ ਖੇਡ ਆਈ ਜਾਂਦੇ ਹੋ ਤੇ ਆਹ ਮੁੱਦਾ ਕਿੱਧਰ ਗਿਆ? ਇੱਕ ਇਹਦਾ ਦੁੱਖ ਭੁੱਲ ਗਏ ਤੁਸੀਂ, ਇਹਦਾ ਦੁੱਖ ਨਹੀਂ ਤੁਹਾਨੂੰ। ਜਦੋਂ ਤੁਸੀਂ ਸਵਾਲ ਕਰੋਗੇ, ਸੰਗਤ ਸਵਾਲ ਕਰੇਗੀ, ਆਪੇ ਉਹਨਾਂ ਨੂੰ ਸ਼ਰਮ ਆਊ, ਚਾਹੇ ਤੇ ਇਸ ਰਾਹ ਤੁਰ ਜਾਣਗੇ, ਚਾਹੇ ਚੁੱਪ ਕਰਕੇ ਘਰੇ ਬਹਿ ਜਾਣਗੇ। ਹਾਂਜੀ, ਹੁਣ ਸੰਗਤ ਕਿਹੜੇ ਪਾਸੇ ਜਾਵੇ ਜੀ? ਸੰਗਤ ਕਿੱਧਰ ਜਾਵੇ ਜੀ? ਸੰਗਤ ਦੋ ਧੜਿਆਂ 'ਚ ਵੰਡੀ ਗਈ। ਸੰਗਤ ਅਮਰੀਕ ਸਿੰਘ ਅਜਨਾਲਾ ਵਾਲੇ ਪਾਸੇ ਜਾਵੇ, ਸੰਗਤ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਪਾਸੇ ਜਾਵੇ, ਸੰਗਤ ਤੁਹਾਡੇ ਵਾਲੇ ਪਾਸੇ ਆਵੇ, ਸੰਗਤ ਕਿਸੇ ਹੋਰ ਪ੍ਰਚਾਰਕ ਵਾਲੇ ਪਾਸੇ ਜਾਵੇ, ਸੰਗਤ ਜਾਵੇ ਕਿੱਧਰ ਜਾਵੇ? ਹੁਣ ਸੰਗਤ ਉਸ ਲੀਡਰ ਦੇ ਪੰਥ ਵਿੱਚ ਜਾਵੇ ਜਿਸ ਲੀਡਰ ਨੇ ਆਪਣਾ ਆਨੰਦਪੁਰ ਵੀ ਸਿੱਖਾਂ ਦੇ ਸਿਰ ਤੋਂ ਦੀ ਵਾਰਤਾ, ਆਪਣੇ 4 ਪੁੱਤ ਵੀ ਪੰਥ ਤੋਂ ਵਾਰ ਦਿੱਤੇ, ਆਪਣੀ ਮਾਂ, ਆਪਣਾ ਬਾਪ ਤੇ ਆਪਣਾ ਆਪ ਵੀ ਪੰਥ ਤੋਂ ਵਾਰਤਾ। ਸੰਗਤ ਧੜੇ ਛੱਡ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਖਾਲਸਾ ਪੰਥ ਆ ਉਹਦੇ ਸ਼ਾਮਲ ਹੋ ਜਾਏਗੀ, ਜਿੱਦੇ ਉਹਦੇ ਕੌਮ ਦੀ ਚੜ੍ਹਦੀ ਕਲਾ ਜੁੱਝੇਗੀ। ਅੱਜ ਅਸੀਂ ਬੰਦਿਆਂ ਦੇ ਸਿੱਖ, ਸੰਪਰਦਾਵਾਂ ਦੇ ਸਿੱਖ, ਬਾਬਿਆਂ ਦੇ ਸਿੱਖ, ਪ੍ਰਚਾਰਕਾਂ ਦੇ ਸਿੱਖ ਬਣੇ ਹੋਏ ਆ। ਇਸੇ ਕਰਕੇ ਪੰਥ ਚੜ੍ਹਦੀ ਕਲਾ ਵਾਲੇ ਪਾਸੇ ਨਹੀਂ ਜਾ ਰਿਹਾ। ਦਿਸਣ ਨੂੰ ਪਹਿਰਾਵਾ ਸਾਡਾ ਸਿੱਖਾਂ ਵਾਲਾ ਲੱਗ ਰਿਹਾ, ਪਰ ਅੰਦਰ ਸਾਡੇ ਹਿਰਦਿਆਂ ਸਾਡੇ ਗੁਰੂ ਬੈਠਣ ਦੀ ਬਜਾਏ ਧੜੇ ਬੈਠੇ ਹੋਏ ਆ, ਬੰਦੇ ਬੈਠੇ। ਕਿਸੇ ਦਾ ਹਿਰਦਾ ਪਾੜ ਕੇ ਵੇਖ ਲਓ, ਕਿਸੇ ਦੇ ਚੋਂ ਕੋਈ ਪ੍ਰਚਾਰਕ ਨਿਕਲ ਆਉਣਾ, ਕਿਸੇ ਚੋਂ ਬਾਬਾ ਨਿਕਲ ਆਉਣਾ, ਕਿਸੇ ਚੋਂ ਡੇਰਾ ਨਿਕਲ ਆਉਣਾ। ਜਿੱਦੇ ਸਾਡੇ ਹਿਰਦਿਆਂ 'ਚ ਗੁਰੂ ਵਸ ਗਿਆ, ਉਹਦੇ ਸਾਰੇ ਇਕੱਠੇ ਹੋ ਜਾਣਗੇ। ਇਹੋ ਬੇਨਤੀ ਹੈ ਵੀ ਚਾਹੇ ਹਰਜੀਤ ਸਿੰਘ ਢਪਾਲੀ ਆ, ਚਾਹੇ ਕੋਈ ਹੋਰ ਆ, ਜੁੜੋ ਬੰਦੇ ਨਾਲ ਨਾ, ਗੁਰੂ ਨਾਲ ਜੁੜੋ, ਕਿਉਂਕਿ ਹਰ ਇੱਕ 'ਚ ਕਮੀਆਂ ਨੇ, ਕਿਸੇ 'ਚ ਘੱਟ ਨੇ, ਕਿਸੇ 'ਚ ਵੱਧ ਨੇ। ਸਾਡਾ ਗੁਰੂ ਆ ਜਿਹਤੇ ਕੋਈ ਦਾਗ ਨਹੀਂ ਹੈਗਾ। ਗੁਰੂ ਦਾ ਵਾਸਤਾ, ਗੁਰੂ ਲਈ, ਗੁਰੂ ਦੇ ਕਾਰਜ ਕਰਨ ਲਈ, ਗੁਰੂ ਦੀ ਰਹਿਨਮਾਈ ਹੇਠ ਸੰਗਤ ਇਕੱਠੀ ਹੋਵੇ। ਬਾਕੀ ਹਰ ਇੱਕ ਤੇ ਸਵਾਲ ਚੁੱਕੇ ਪੁੱਛੇ ਗੁਰਬਾਣੀ ਦੇ ਆਧਾਰ ਤੇ, ਪਰ ਸੰਗਤ ਸਵਾਲ ਕਰਨ ਉਦੇ ਲੱਗੇਗੀ ਜਿਹਦੇ ਖੁਦ ਬਾਣੀ ਵਿਚਾਰਨ ਲੱਗੇ। ਹੁਣ ਤਾਂ ਅਸੀਂ ਬੰਦੇ ਦੀ ਕਹੀ ਗੱਲ ਸੱਚ ਮੰਨਦੇ ਆ। ਜੇ ਮੇਰੀ ਸੁਰਤ 'ਚ ਕੋਈ ਬੰਦਾ ਬੈਠਾ ਜਿਹੜੀ ਉਹਨੇ ਗੱਲ ਕਹੀ ਤੀ ਮੈਨੂੰ ਉਹ 100% ਲੱਗੂ, ਮੈਂ ਕਿਉਂਕਿ ਗੁਰੂ ਤੋਂ ਨਹੀਂ ਪੁੱਛਣਾ, ਬੰਦੇ ਤੋਂ ਪੁੱਛਣਾ। ਇਸ ਲਈ ਗੁਰਬਾਣੀ ਨਾਲ ਜੁੜੇ। ਸੰਗਤ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਹੋਰ ਕਥ ਨਹੀਂ ਬਦੋ ਨਾ ਸਗਲੀ ਸ਼ਾਰ। ਤੁਹਾਨੂੰ ਨਹੀਂ ਲੱਗਦਾ ਕਿ ਇਹ ਵਾਦ ਵਿਵਾਦ ਦੇ ਵਿੱਚ ਸੰਗਤ ਕਨਫਿਊਜ਼ ਆ, ਸੰਗਤ ਦੁਬਦਾ ਦੇ ਵਿੱਚ ਪਈ ਆ? ਤੁਸੀਂ ਗੱਲ ਕਰ ਲਈ ਕਿ ਸੰਗਤ ਇਸ ਤਰ੍ਹਾਂ ਚੱਲੇ
ਵੀ ਜਿਸ ਤਰ੍ਹਾਂ ਹੁਣ ਹੋ ਰਿਹਾ ਜਿਵੇਂ ਜਿਵੇਂ ਆਪੋ ਆਪਣੀਆਂ ਡਫਲੀਆਂ ਵਜਾ ਕੇ ਆਪੋ ਆਪਣੇ ਤਰੀਕੇ ਆਪੋ ਆਪਣਾ ਤਰੀਕੇ ਪ੍ਰਚਾਰ ਕੀਤਾ ਜਾ ਰਿਹਾ, ਤੁਹਾਨੂੰ ਨਹੀਂ ਲੱਗਦਾ ਕਿ ਸਿੱਖੀ ਦੇ ਵਿੱਚ ਨੁਕਸਾਨ ਹੋ ਰਿਹਾ, ਸੰਗਤ ਦਾ ਨੁਕਸਾਨ ਹੋ ਰਿਹਾ? ਸੰਗਤ ਕਿਤੇ ਨਾ ਕਿਤੇ ਚੁੱਪ ਕਰਕੇ ਵੀ ਬੈਠੀ ਆ, ਸੰਗਤ ਹੋਰ ਪਾਸੇ ਵੀ ਕਿਸੇ ਹੋਰ ਦਰਬਾਰਾਂ 'ਚ ਵੀ ਜਾ ਰਹੀ ਆ ਕਿ ਸਿੱਖੀ ਦੇ ਵਿੱਚ ਤਾਂ ਇਹ ਕੁਛ ਹੋ ਰਿਹਾ, ਸਾਡੀ ਸਿੱਖੀ ਨੂੰ ਸੰਭਾਲਣ ਵਾਲੇ ਸਾਡਾ ਪ੍ਰਚਾਰਕ ਇਹ ਕੁਛ ਕਰ ਰਿਹਾ ਤੇ ਸਾਡੇ ਨਾਲ ਕੀ ਹੋਊਗਾ? ਰਹਿਣ ਦਿਓ, ਛੱਡੋ ਖਹਿੜਾ ਜਾਣ ਨੂੰ ਕਿਸੇ ਬਾਬਿਆਂ ਦੇ, ਛੱਡੋ ਖਹਿੜਾ ਗੁਰਦੁਆਰੇ ਜਾਣ ਨੂੰ, ਉੱਥੇ ਕੀ ਮਿਲੂਗਾ? ਉੱਥੇ ਤਾਂ ਲੜਾਈ ਝਗੜੇ ਆ, ਕੋਈ ਗੋਲਕ ਪਿੱਛੇ ਲੜੀ ਜਾਂਦਾ, ਕੋਈ ਪ੍ਰਚਾਰ ਪਿੱਛੇ ਲੜੀ ਜਾਂਦਾ। ਤੁਹਾਨੂੰ ਨਹੀਂ ਲੱਗਦਾ ਕਿ ਸੰਗਤ ਦੇ ਵਿੱਚ ਬਹੁਤ ਵੱਡੀ ਦੁਬਦਾ ਪਰੇਸ਼ਾਨੀ ਪੈਦਾ ਹੋ ਰਹੀ ਹੈ? ਹਾਂਜੀ, ਆਪਸੀ ਕਮੀਆਂ ਕਰਕੇ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਸੰਗਤ ਗੁਰੂ ਘਰ ਨੂੰ ਛੱਡ ਕੇ ਦੂਜੇ ਪਾਸੇ ਜਾ ਰਹੀ ਆ, ਪਰ ਜਿਨ੍ਹਾਂ ਦੇ ਮੈਂ ਨਾ ਇਤਿਹਾਸ 'ਚੋਂ ਤੁਹਾਨੂੰ ਉਦਾਹਰਨ ਦਿਆਂ ਵੀਰ ਜੀ, ਬਈ 1873 ਵਿੱਚ 4 ਬੱਚੇ, ਆਇਆ ਸਿੰਘ, ਅਤਰ ਸਿੰਘ, ਸਾਧੂ ਸਿੰਘ, ਸੰਤੋਖ ਸਿੰਘ, ਇਹ 4 ਬੱਚੇ ਸਿੱਖੀ ਛੱਡ ਕੇ ਈਸਾਈ ਬਣ ਗਏ। ਤੇ ਉਸ ਟਾਈਮ ਜਿਹੜੇ ਪੰਥ ਦਰਦ ਰੱਖਣ ਵਾਲੇ ਸੀ, ਪ੍ਰੋਫੈਸਰ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ ਵਰਗਿਆਂ ਨੇ ਸਿੱਖੀ ਲਹਿਰ ਸ਼ੁਰੂ ਕੀਤੀ। ਉਹਨਾਂ ਦੇ ਕਾਲਜੇ ਪਾਟ ਕੇ ਜਦੋਂ 4 ਬੱਚੇ ਈਸਾਈ ਬਣ ਗਏ ਤੇ ਅੱਜ 40,000 ਤੋਂ ਵੱਧ ਪੰਜਾਬ ਦੀ ਧਰਤੀ ਤੇ ਜੰਮੇ ਹੋਏ ਈਸਾਈ ਬਣ ਗਏ, ਚਰਚਾਂ ਬਣ ਗਈਆਂ, ਹਨਾ। ਤੇ ਅੱਜ ਹਿਰਦਾ ਪਾੜ, ਅਸੀਂ ਉਧਰ ਨੂੰ ਮੂੰਹ ਹੀ ਨਹੀਂ ਕਰ ਰਹੇ ਵੀ ਭਾਈ ਆਪਣੇ ਬੱਚਿਆਂ ਨੂੰ ਵਾਪਸ ਸਿੱਖੀ ਵਾਲੇ ਪਾਸੇ ਲਈ, ਅਸੀਂ ਆਪਸ ਵਿੱਚ ਹੀ ਲੜੀ ਜਾਂਦੇ ਹਾਂ। ਦੁਸ਼ਮਣ ਸਾਡੀ ਲੜਾਈ ਦਾ ਫਾਇਦਾ ਉਠਾ ਕੇ ਕਿੱਥੋਂ ਤੱਕ ਪਹੁੰਚ ਗਿਆ? ਉਹਨਾਂ ਪੁਰਾਣੇ ਮਰਜੀਵੜਿਆਂ ਨੇ ਸੇਧ ਲਈ ਹੈ ਜਿਨ੍ਹਾਂ ਨੇ 4 ਬੱਚੇ ਨੇ ਜੋ ਧਰਮ ਪਰਿਵਰਤਨ ਕੀਤਾ ਤੇ ਉਹ ਸਿਰ ਤੇ ਖੱਫਣ ਬੰਨ੍ਹ ਕੇ ਕਮਰ ਕਸਾ ਕਰਕੇ ਤੁਰ ਪਏ। ਉਹਨਾਂ ਘਰ ਘਰ ਸਿੱਖੀ ਦਾ ਪ੍ਰਚਾਰ ਕੀਤਾ, ਗਰਾਊਂਡ ਲੈਵਲ ਤੇ ਇੰਨਾ ਕੰਮ ਕੀਤਾ। ਮੈਂ ਤੁਹਾਨੂੰ ਉਦਾਹਰਨ ਦਿਆਂ, ਅੱਜ ਬੜੇ ਪ੍ਰਚਾਰਕ ਬਾਹਾਂ ਖੜੀਆਂ ਕਰਕੇ ਕਹਿੰਦੇ ਮੈਨੂੰ 20 ਸਾਲ ਹੋ ਗਏ ਪ੍ਰਚਾਰ ਕਰਦੇ ਨੂੰ, ਕੋਈ ਕਹਿੰਦਾ ਮੈਨੂੰ 25 ਸਾਲ ਹੋ ਗਏ। ਹੁਣ ਇਹਨਾਂ 20-25 ਸਾਲਾਂ 'ਚ ਉਹਨਾਂ ਪ੍ਰਚਾਰਕਾਂ ਦਾ ਤਾਂ ਬਹੁਤ ਕੁਝ ਬਣ ਗਿਆ ਹੋਊਗਾ, ਪਰ ਪੰਥ ਦਾ ਕੁਝ ਨਹੀਂ ਬਣਿਆ। ਗਿਆਨੀ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਉਹਨਾਂ ਨੇ 1873 ਦੇ ਵਿੱਚ ਜਿਹੜਾ ਪ੍ਰਚਾਰ ਪ੍ਰਸਾਰ ਸ਼ੁਰੂ ਕੀਤਾ ਤੇ 1892 'ਚ ਆ ਕੇ ਉਹਨਾਂ ਖਾਲਸਾ ਸਕੂਲ ਕੌਮ ਦੀ ਝੋਲੀ 'ਚ ਪਾਤਾ ਸੀਗਾ, ਕਿਉਂਕਿ ਸਕੂਲਾਂ ਰਾਹੀਂ ਧਰਮ ਪਰਿਵਰਤਨ ਕੀਤਾ ਜਾ ਰਿਹਾ ਸੀਗਾ। ਉਹਨਾਂ ਸਕੂਲ ਬਣਾਏ ਈਸਾਈਆਂ ਨੇ ਤੇ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚੇ ਸੀਗੇ ਜਿਹੜੇ ਉਹ ਈਸਾਈ ਬਣਦੇ ਜਾ ਰਹੇ ਸੀ। 1892 ਸਿਰਫ 19 ਸਾਲ ਦੀ ਮਿਹਨਤ ਵਿੱਚ ਉਹਨਾਂ ਖਾਲਸਾ ਸਕੂਲ ਦਿੱਤਾ। ਅੱਗੇ 1899 ਜਾ ਕੇ ਖਾਲਸਾ ਕਾਲਜ ਬਣ ਗਿਆ। ਫਿਰੋਜ਼ਪੁਰ ਦੇ ਵਿੱਚ ਉਹਨਾਂ ਕੰਨਿਆ ਮਹਾਵਿਦਿਆਲਾ ਖੋਲ੍ਹਿਆ ਜਿੱਥੇ ਸਾਡੀਆਂ ਬੱਚੀਆਂ ਪੜ੍ਹਾਈ ਕਰ ਸਕਣ। ਹੋਮੋਪੈਥੀ ਹਸਪੀਟਲ ਖੋਲ੍ਹਿਆ, ਬਿਮਾਰੀਆਂ ਬਿਨਾਂ ਲੋਕ ਮਰ ਰਹੇ ਸੀਗੇ। ਹਸਪਤਾਲ ਖੋਲ੍ਹੇ ਉਹਨਾਂ ਗੁਰਸਿੱਖਾਂ ਨੇ ਤੇ ਯਤੀਮਖਾਨਾ ਖੋਲ੍ਹਿਆ। ਜਿਹੜੇ ਊਧਮ ਸਿੰਘ ਨੇ, ਸਾਡੇ ਕਹਿੰਦੇ ਵੀ ਪੂਰਾ ਭਾਰਤ ਮਾਣ ਕਰਦਾ, ਉਹ ਊਧਮ ਸਿੰਘ ਯਤੀਮ ਸੀਗਾ, ਸੁਨਾਮ ਦੇ ਰਹਿਣ ਵਾਲਾ। ਉਹ ਜਿਹੜਾ ਗੁਰਸਿੱਖਾਂ ਨੇ ਉਸ ਟਾਈਮ ਯਤੀਮਖਾਨਾ ਖੋਲ੍ਹਿਆ ਸੀ 1904 ਦੇ ਵਿੱਚ, ਉਸ ਯਤੀਮਖਾਨੇ ਦੇ ਵਿੱਚ ਪਲਿਆ ਹੋਇਆ ਸੀਗਾ ਊਧਮ ਸਿੰਘ। ਕਿੱਡੇ ਮਾਣ ਵਾਲੀ ਗੱਲ ਆ। ਉਹਨਾਂ ਲੋਕਾਂ ਨੇ ਗਰਾਊਂਡ ਤੇ ਕਿੰਨੇ ਕੰਮ ਕੀਤੇ, ਸਿਰਫ 19-20 ਸਾਲ ਦਾ ਵਕਫਾ। ਉਹਨਾਂ ਦੇਖੋ ਪ੍ਰੋਫੈਸਰ ਗੁਰਮੁਖ ਸਿੰਘ ਉਹਨਾਂ ਨੇ ਵੀ ਸਕੂਲ ਖੋਲ੍ਹਿਆ, ਪਰ ਪ੍ਰੋਫੈਸਰ ਗੁਰਮੁਖ ਸਿੰਘ ਦੇ ਖੋਲ੍ਹੇ ਸਕੂਲ ਦੇ ਵਿੱਚ ਉਹਦੇ ਪੁੱਤ ਦਾ ਹਿੱਸਾ ਨਹੀਂ ਸੀ, ਉਹਦੀ ਨੂੰਹ ਦਾ ਹਿੱਸਾ ਨਹੀਂ ਸੀ, ਉਹਦੇ ਪਰਿਵਾਰ ਦਾ ਹਿੱਸਾ ਨਹੀਂ ਸੀ, ਉਹ ਪੰਥ ਦਾ ਸੀਗਾ। ਅੱਜ ਵੀ ਖਾਲਸਾ ਕਾਲਜ ਅੰਮ੍ਰਿਤਸਰ ਜਾ ਕੇ ਦੇਖ ਲਓ, ਉਹ ਪੰਥ ਦੀ ਮਾਨਤਾ। ਪਰ ਅੱਜ ਨਿੱਜ ਭਾਰੂ ਹੋ ਗਿਆ, ਖੁਦਗਰਜੀ ਭਾਰੂ ਹੋ ਗਈ। ਗੱਲੀ ਬਾਤੀ ਬਹੁਤ ਕੁਝ ਕੀਤਾ ਜਾ ਰਿਹਾ, ਗਰਾਊਂਡ ਰਿਐਲਿਟੀ ਬਹੁਤ ਜ਼ੀਰੋ ਆ। ਗਰਾਊਂਡ ਤੇ ਕੁਝ ਨਹੀਂ ਕੀਤਾ ਜਾ ਰਿਹਾ। ਜੇ ਉਹ ਸੀਮਿਤ ਸਾਧਨਾਂ ਵਿੱਚ ਅੱਜ ਸਿੱਖਾਂ ਕੋਲੇ ਪੈਸਾ ਬਹੁਤ ਆ, ਸਿੱਖ ਪੈਸੇ ਬਹੁਤ ਦੇ ਰਹੇ ਆ ਧਰਮ ਦੇ ਨਾਂ ਤੇ, ਪਰ ਜਿਹੜੇ ਆਗੂ ਲੋਕ ਆ ਉਹ ਨਹੀਂ ਕੁਝ ਕਰ ਰਹੇ। ਇਕੱਲੀ ਸ਼੍ਰੋਮਣੀ ਕਮੇਟੀ ਨਹੀਂ ਆਪਾਂ ਕਹਿ ਰਹੇ, ਸ਼੍ਰੋਮਣੀ ਕਮੇਟੀ ਵਾਲੇ ਬਹੁਤ ਪੈਸਾ ਖਾ ਰਿਹਾ, ਬਰਬਾਦ ਕਰ ਰਿਹਾ। ਬਾਕੀ ਹੋਰ ਵੀ ਲੋਂਗ ਲਾਣਾ ਇਸੇ ਪਾਸੇ ਲੱਗਿਆ ਹੋਇਆ। ਜਿਸ ਦਿਨ ਇਵੇਂ ਸਕੂਲ ਬਣਨੇ ਸ਼ੁਰੂ ਹੋ ਜਾਣਗੇ ਜਿੱਥੇ ਸਾਡੇ ਬੱਚੇ ਪੜ੍ਹ ਸਕਣ, ਨਾਲ ਗੁਰਮਤ ਉਹਨਾਂ ਨੂੰ ਹੋਵੇ। ਈਸਾਈਆਂ ਨੇ ਸਕੂਲ ਖੋਲ੍ਹਤੇ, ਉਹਨਾਂ ਦੇ ਬੱਚੇ ਅਸੀਂ ਕਹਿੰਦੇ ਵੀ ਈਸਾਈ ਕਾਹਤੋਂ ਬਣਦੇ ਜਾ ਰਹੇ ਆ? ਉਹਨਾਂ ਐਜੂਕੇਸ਼ਨ ਦਿੱਤੀ ਆ, ਉਹਨਾਂ ਹਸਪੀਟਲ ਖੋਲ੍ਹੇ ਆ। ਡੇਰੇਦਾਰ ਕਿਵੇਂ ਕਰਦੇ, ਐਵੇਂ ਕੰਮ ਕਰਦੇ ਆ। ਅੱਜ ਸਕੂਲ ਖੋਲ੍ਹੇ ਜਾਣ, ਹਸਪੀਟਲ ਬਣਨ, ਇਹਨਾਂ ਟੌਪਿਕਾਂ ਤੇ ਕੰਮ ਹੋਵੇ, ਕਰਨ ਵਾਲੇ ਕੰਮ ਨੇ। ਹੁਣ ਕਿਸੇ ਦਾ ਫਰਜ਼ ਕਰੋ, ਬੱਚਾ ਬਿਮਾਰੀ ਨਾਲ ਮਰ ਰਿਹਾ, ਉਹਨੂੰ ਪ੍ਰਚਾਰ ਦੀ ਲੋੜ ਨਹੀਂ, ਉਹਨੂੰ ਪਹਿਲਾਂ ਦਵਾਈ ਦੀ ਲੋੜ ਆ। ਉਹਦੇ ਲਈ ਹਸਪੀਟਲ ਚਾਹੀਦਾ। ਮੇਰੇ ਲਾਏ ਦੀਵਾਨ ਕੀ ਕੰਮ ਕਰਨਗੇ ਜੇ ਕਿਸੇ ਦਾ ਬੱਚਾ ਕੈਂਸਰ ਨਾਲ ਮਰ ਰਿਹਾ? ਉਹਦੇ ਲਈ ਹਸਪੀਟਲ ਚਾਹੀਦਾ। ਕਿਸੇ ਦਾ ਬੱਚਾ ਕਿਸੇ ਨੇ ਆਪਦਾ ਬੱਚਾ ਸਕੂਲੋਂ ਇਸ ਕਰਕੇ ਹਟਾ ਲਿਆ ਵੀ ਬੱਚੇ ਦੀ ਫੀਸ ਨਹੀਂ ਭਰ ਸਕਦੇ, ਉਹਦੇ ਲਈ ਤਾਂ ਸਕੂਲ ਚਾਹੀਦਾ। ਹੁਣ ਇੱਧਰਲੇ ਪਾਸੇ ਧਿਆਨ ਦੇਣਾ ਪਏਗਾ, ਉਦੋਂ ਕਿਤੇ ਜਾ ਕੇ ਇੱਕ ਲਹਿਰ ਬਣੇਗੀ, ਉਦੋਂ ਇੱਕ ਇਹ ਕਹਿ ਲਓ ਵੀ ਪਰਿਵਰਤਨ ਆਏਗਾ। ਤੇ ਉਹ ਸੰਗਤ ਜਿਵੇਂ ਆਪਾਂ ਕਹਿ ਲਓ ਵੀ ਨਿਰਾਸ਼ ਹੋਈ ਆ, ਕੋਈ ਸ਼ੱਕ ਨਹੀਂ, ਕਿਉਂਕਿ ਉਹਨਾਂ ਦੀ ਜਿਹੜਾ ਗੁਰੂ ਸਾਹਿਬ ਨੇ ਤਾਂ ਮੁੱਢਲੀਆਂ ਲੋੜਾਂ ਪੂਰੀਆਂ ਕੀਤੀਆਂ। ਰੋਟੀ ਕੱਪੜਾ ਮਕਾਨ ਵਾਲੇ ਪਾਸੇ ਪਾਤਸ਼ਾਹ ਨੇ ਕੰਮ ਕੀਤਾ ਸੀ। ਜੇ ਤੁਸੀਂ ਵੇਖੋ ਵੀ ਕਾਲ ਪਿਆ ਸੀ ਜਦੋਂ ਲਾਹੌਰ ਦੇ ਵਿੱਚ, ਤੇ ਪਾਤਸ਼ਾਹ ਮਹਾਰਾਜ ਉੱਧਰ ਜਾ ਕੇ ਵਰਕ ਕੀਤਾ, ਕੰਮ ਕੀਤਾ, ਤੇ ਬਹੁਤ ਵੱਡਾ ਦਵਾਖਾਨਾ ਕੀਰਤਪੁਰ ਸਾਹਿਬ ਵੀ ਬਣਿਆ ਹੋਇਆ ਸੀਗਾ, ਜਿੱਥੇ ਪ੍ਰਧਾਨ ਮੰਤਰੀ ਦਾ ਲੜਕਾ ਦਾਰਾ ਸ਼ਕੋਹ ਇਲਾਜ ਕਰਾਉਣ ਆਉਂਦਾ। ਇਹ ਕੰਮ ਹੋਣਗੇ। ਤੇ ਜਦੋਂ ਅੰਦਰ ਦਰਦ ਹੋਏਗਾ ਤਾਂ 4 ਬੱਚੇ ਸੀਗੇ, ਜਦੋਂ ਉਹਨਾਂ ਧਰਮ ਪਰਿਵਰਤਨ ਕੀਤਾ ਤੇ ਉਹਨਾਂ ਦੇ ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਖੋ ਗਈ ਸੀ। ਅੱਜ ਅਸੀਂ ਮੌਜ ਨਾਲ ਘੇਸਲ ਮਾਰ ਕੇ ਸੁੱਤੇ ਹੋਏ ਹਾਂ। ਪੰਜਾਬ ਦੇ ਬਹੁਤੇ ਲੋਕ ਡੇਰਿਆਂ ਵਾਲੇ ਪਾਸੇ ਭੱਜ ਗਏ, ਕੋਈ ਈਸਾਈਆਂ ਵਾਲੇ ਪਾਸੇ ਭੱਜ ਗਏ, ਕੋਈ ਲੀਡਰਾਂ ਦੇ ਚੇਲੇ ਬਣ ਗਏ। ਪਰ ਫੀਲਡ 'ਚ ਵਿਚਰਨ ਵਾਲੇ ਜਿਹੜੇ ਬਾਹਾਂ ਖੜੀਆਂ ਕਰਕੇ ਗੱਲਾਂ ਕਰਦੇ, ਮੈਨੂੰ ਲੱਗਦਾ ਉਹਨਾਂ ਨੂੰ ਦੁੱਖ ਨਹੀਂ ਹੈਗਾ। ਉਹਨਾਂ ਨੂੰ ਆਏ ਆ ਵੀ ਚੱਲ ਜਿਹੜੇ ਉੱਧਰ ਜਾਵੜੇ ਉੱਧਰ, ਬਾਕੀ ਸਾਡੇ ਨਾਲ ਤਾਂ ਜੁੜੇ ਹੋਏ ਹੈਗੇ ਨਾ। ਅੱਜ ਗੁਰੂ ਦੇ ਪੰਥ 'ਚੋਂ ਨਿਕਲ ਕੇ ਕੋਈ ਦੂਜੇ ਪਾਸੇ ਜਾਂਦਾ, ਕਿਸੇ ਪ੍ਰਚਾਰਕ ਨੂੰ ਕੋਈ
ਦੁੱਖ ਨਹੀਂ ਹੁੰਦਾ, ਪਰ ਆਪ ਦਾ ਧੜਾ ਛੱਡ ਕੇ ਦੂਜੇ ਪ੍ਰਚਾਰਕ ਦੇ ਧੜੇ ਜਾਂਦਾ, ਉਦੋਂ ਕਾਲਜਾ ਪਾਟਦਾ। ਮੈਨੂੰ ਲੱਗਦਾ ਧਰਮ ਨਾਲੋਂ ਧੜਾ ਭਾਰੂ ਆ। ਧਰਮ ਨਾਲ ਧੜਾ ਭਾਰੂਗਾ। ਤਾਂ ਤੁਹਾਡਾ ਨਿੱਜੀ ਵਿਚਾਰ ਕੀ ਹੈ ਜੇ ਗੱਲ ਕਰੀਏ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਭਾਈ ਅਮਰੀਕ ਸਿੰਘ ਅਜਨਾਲਾ, ਜੇ ਉਹਨਾਂ ਦੇ ਵਾਦ ਵਿਵਾਦ ਨੂੰ ਖਤਮ ਕਰਨਾ ਹੋਵੇ ਤੁਹਾਡੀ ਸਲਾਹ ਕੀ ਹੈ? ਹੋ ਸਕਦਾ ਤੁਹਾਡੀ ਸਲਾਹ ਮਸ਼ਵਰਾ ਤੁਹਾਡਾ ਵਿਚਾਰ ਤੁਹਾਡਾ ਉਹ ਮੰਨ ਲੈਣ। ਅਸਲ 'ਚ ਵੀਰੇ ਮੰਨਣਾ ਤਾਂ ਕਿਹਨੇ ਹੁੰਦਾ, ਪਰ ਉਹ ਤੁਸੀਂ ਸਵਾਲ ਕੀਤਾ ਤੇ ਮੈਂ ਤਾਂ ਇਹੀ ਬੇਨਤੀ ਕਰਾਂਗੀ ਆਪਾਂ ਸਾਰਾ ਜਿਹੜਾ ਸਿਨੈਰੀਓ ਨੂੰ ਸਾਹਮਣੇ ਰੱਖੀਏ। ਪੰਜਾਬ 'ਚ ਹੋ ਕੀ ਰਿਹਾ, ਪੰਥ ਦੀਆਂ ਜਿਹੜੀਆਂ ਦੁਸ਼ਮਣ ਜਮਾਤਾਂ ਨੇ ਉਹ ਕਿਵੇਂ ਕੰਮ ਕਰ ਰਹੀਆਂ ਨੇ। ਹੁਣ ਜੇ ਅਸੀਂ ਕਹਿੰਦੇ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਜਿਹੜੇ ਉਹ ਗਲਤ ਫੈਸਲੇ ਲੈ ਰਹੇ ਆ, ਕਿਹਾ ਜਾ ਰਿਹਾ ਨਾ ਸ਼੍ਰੋਮਣੀ ਕਮੇਟੀ ਗਲਤ ਕੰਮ ਕਰ ਰਹੀ ਹੈ, ਮੈਂ ਵੀ ਕਿਹਾ ਹਨਾ। ਫਿਰ ਇਹਨੂੰ ਬਦਲਣ ਦਾ ਢੰਗ ਕੀ ਆ? ਚੋਣਾਂ ਹੀ ਆ ਨਾ, ਚੋਣਾਂ ਨਹੀਂ ਬਦਲਾਂਗੇ ਨਾ। ਤੇ ਫਿਰ ਚਾਹੀਦਾ ਸਿੱਧਾ ਨੰਗੇ ਧੜ ਹੋ ਕੇ ਐਲਾਨ ਕਰ ਦੇਣਾ ਚਾਹੀਦਾ ਵੀ ਆਹ ਕਰਪਟ ਸਿਸਟਮ ਬਦਲਣਾ। ਇਹਦੇ ਲਈ ਸਾਨੂੰ ਸ਼੍ਰੋਮਣੀ ਕਮੇਟੀ ਮੈਂਬਰ ਚਾਹੀਦੇ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਅਸੀਂ ਲੱਕ ਬੰਨ੍ਹ ਕੇ ਚੋਣਾਂ ਲੜਾਂਗੇ। ਫਿਰ ਚੋਣਾਂ ਲੜਾਂਗੇ, ਮੈਂਬਰ ਆਪਦੇ ਹੋਣਗੇ ਤੇ ਇੱਕ ਵਧੀਆ ਸੁਚੱਜਾ ਜਥੇਦਾਰ ਆ ਜਿਹੜਾ ਉਹ ਅਕਾਲ ਤਖਤ ਸਾਹਿਬ ਦੀ ਅਗਵਾਈ ਕਰੇਗਾ, ਜਿਹੜਾ ਕਿਸੇ ਧੜੇ ਨੂੰ ਨਹੀਂ ਪ੍ਰਮੋਟ ਕਰੇਗਾ, ਜਿਹੜਾ ਧਰਮ ਨੂੰ ਪ੍ਰਮੋਟ ਕਰੇਗਾ। ਇਹ ਕਾਰਜ ਅਸਲ 'ਚ ਵੀਰ ਜੀ ਗੱਲਾਂ ਬਾਤੀ ਤਾਂ ਨਹੀਂ ਹੋਣੇ ਹੱਲ। ਫਿਰ ਤੇ ਤਾਂ ਮੈਂ ਨਾ ਮੰਨੂ ਵਾਲੇ ਸਾਰੇ, ਜਦੋਂ ਬੰਦੇ ਇਸ ਗੱਲ ਤੇ ਖੜ ਜੇ ਇਸ ਗੱਲ ਤੇ। ਭਾਈ ਰਣਜੀਤ ਸਿੰਘ ਉਹਨਾਂ ਦੀ ਖੁਦ ਦੀ ਸਟੇਟਮੈਂਟ ਉਹ ਕਹਿੰਦੇ ਜੇ ਟੀਵੀ ਤੇ ਵੀ ਆ ਜਾਣਗੇ ਮੈਨੂੰ ਪਤਾ ਗੱਲ ਮੇਰੇ ਨਾਲ ਕਰ ਲੈਣਗੇ, ਗੱਲ ਨਹੀਂ ਮੰਨਣੀ। ਫਿਰ ਫਾਇਦਾ ਕੀ ਹੈ ਕਰਨ ਦਾ ਹਨਾ, ਜਦੋਂ ਮੰਨਣੀ ਨਹੀਂ। ਇੱਥੇ ਇਸ ਲੈਵਲ ਤੇ ਜਦੋਂ ਸਾਡੀ ਸੋਚ ਇਹ ਅਸੀਂ ਮੰਨਣੀ ਨਹੀਂ ਇੱਕ ਦੂਜੇ ਦੀ। ਮੈਂ ਜਦੋਂ ਤੱਕ ਮੈਨੂੰ ਸਮਝ ਆਉਂਦੀ ਹੈ ਸੁਧਾਰ ਉਦੋਂ ਹੋਏਗਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੰਗੇ ਮੈਂਬਰ ਹੋਣਗੇ, ਚੰਗਾ ਜਥੇਦਾਰ ਹੋਏਗਾ ਜਿਹੜਾ ਧੜਾ ਛੱਡ ਕੇ ਧਰਮ ਨੂੰ ਰੱਖੇਗਾ, ਨਿਰਵੈਰ ਬਿਰਤੀ ਨਾਲ ਫੈਸਲੇ ਕਰੇਗਾ। ਉਹਦੇ ਲਈ ਚੰਗੇ SGPC ਮੈਂਬਰ ਬਣਨ। ਪਰ ਮੈਨੂੰ ਨਹੀਂ ਲੱਗਦਾ ਵੀ ਇਸ ਪਾਸੇ ਜਿਹੜੇ ਬਹੁਤੇ ਪ੍ਰਚਾਰਕ ਉਹਨਾਂ ਦਾ ਧਿਆਨ ਹੋਏਗਾ। ਮੈਨੂੰ ਇਵੇਂ ਲੱਗਦਾ ਕੁਲਦੀਪ ਸਿੰਘ ਵੀਰ ਜੀ ਵੀ ਉਹਨਾਂ ਨੂੰ ਐਂ ਵੀ ਜੇ ਚੰਗੇ ਸ਼੍ਰੋਮਣੀ ਕਮੇਟੀ ਮੈਂਬਰ ਬਣ ਗਏ ਫਿਰ ਭੰਡਾਂਗੇ ਕਿਹਨੂੰ? ਜੇ ਚੰਗੇ ਸ਼੍ਰੋਮਣੀ ਕਮੇਟੀ ਮੈਂਬਰ ਬਣ ਗਏ ਚੰਗਾ ਜਥੇਦਾਰ ਬਣ ਜੂ, ਜੇ ਚੰਗਾ ਜਥੇਦਾਰ ਬਣ ਗਿਆ ਭੰਡਾਂਗੇ ਕਿਹਨੂੰ? ਫਿਰ ਜੇ ਭੰਡਣ ਵਾਲਾ ਕੰਮ ਬੰਦ ਹੋ ਗਿਆ ਸਟੇਜ ਤੇ ਸੁਣਾਵਾਂਗੇ ਕੀ? ਹੁਣ ਤਾਂ ਵਧੀਆ ਸੌਖਾ ਤਰੀਕਾ ਨਹੀਂ ਹੈਗਾ ਵੀ ਮਾੜਾ ਸਾਰਿਆਂ ਨੂੰ ਕਹੀ ਦੁਕਾਨਦਾਰੀਆਂ ਬੰਦ ਹੋ ਜਾਣੀਆਂ। ਹਾਂ ਬਸ ਇਸ ਲਈ ਕੀ ਕਰਨ ਵਾਲਾ ਕੰਮ ਤੇ ਸੁਧਾਰ ਤਾਂ ਉਦੋਂ ਹੀ ਹੋਊ ਨਾ ਵੀਰ ਜੀ। ਹੁਣ ਆਪਾਂ ਕਹੀ ਜੇ ਵੀ ਮਾੜੇ ਸਰਕਾਰ ਨੂੰ, ਹੁਣ ਮੈਂ ਵੀ ਕਿਹਾ ਮਾੜਾ, ਜਦੋਂ ਚੋਣਾਂ ਹੋਣ ਉਦੋਂ ਚੰਗੇ ਬੰਦੇ ਨੂੰ ਚੁਣਗੇ ਅਸੀਂ, ਫੇਰ ਹੀ ਆਪਾਂ ਸਰਕਾਰਾਂ ਸਾਨੂੰ ਚੰਗੇ। ਇਸ ਤਰ੍ਹਾਂ ਸਾਡੇ ਧਰਮ ਦੇ ਖੇਤਰ 'ਚ ਚੰਗੇ SGPC ਮੈਂਬਰ ਚੁਣ ਲਈ ਗਰਾਊਂਡ 'ਚ ਉਤਰ ਗਏ, ਪਰ ਜੇ ਚੰਗੇ ਚੋਣਾਂ ਚਾਹੋਗੇ ਤੁਹਾਨੂੰ ਸਟੇਜ ਤੋਂ ਥੱਲੇ ਉਤਰਨਾ ਪਊਗਾ, ਵੋਟਾਂ ਲਈ ਘਰ ਜਾਣਾ ਪਊਗਾ। ਹੁਣ ਤਾਂ ਫਰਜ਼ ਕਰੋ ਕਿਤੇ ਅਸੀਂ ਦੀਵਾਨ ਲਾਉਣ ਜਾਂਦੇ ਹਾਂ, ਸਾਨੂੰ ਅਗਲਾ ਪੈਸੇ ਦਿੰਦਾ, ਫਿਰ ਵੋਟਾਂ 'ਚ ਘਰ ਕਹਿਣ ਜਾਓਗੇ, ਲੋਕਾਂ ਨੇ ਡਿਮਾਂਡ ਰੱਖਣੀ, ਹੋ ਸਕਦਾ ਪੱਲਿਓਂ ਦੇਣੇ ਪੈਣ। ਫਿਰ ਇਹ ਕੰਮ ਕਰਕੇ ਔਖਾ ਕੰਮ। ਹੁਣ ਤਾਂ ਗਰਮੀਆਂ ਆ ਗਈਆਂ, ਏਸੀਆਂ 'ਚ ਰਹਿਣ ਦੀਆਂ ਸਹੂਲਤਾਂ ਹੁੰਦੀਆਂ ਪ੍ਰਚਾਰਕਾਂ ਨੂੰ, ਬਾਬਿਆਂ ਨੂੰ। ਫਿਰ ਵੋਟਾਂ ਲਈ ਘਰ ਜਾਣਾ ਪਊਗਾ, ਘਰ ਕੁੰਡਾ ਖੜਕਾਉਣਾ ਪਊਗਾ, ਲੋਕਾਂ ਦੇ ਸਵਾਲ ਸੁਣਨੇ ਪੈਣਗੇ, ਉਹਨਾਂ ਦੀਆਂ ਮੰਗਾਂ ਸੁਣਨੀਆਂ ਪੈਣਗੀਆਂ। ਇਹ ਕੰਮ ਕਰਨਾ ਔਖਾ, ਇਕੱਲਾ ਸਟੇਜ 'ਤੇ ਲੈਕਚਰ ਦੇਣਾ ਸੌਖਾ। ਪਰ ਸੁਧਾਰ ਉੱਦਾਂ ਹੋਏਗਾ ਜਦੋਂ ਸਟੇਜ ਛੱਡ ਕੇ ਥੱਲੇ ਧਰਤੀ ਤੇ ਆਵਾਂਗੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਧਾਰ ਵਾਲੇ ਪਾਸੇ ਤੁਰਾਂਗੇ, ਫੇਰ ਹੀ ਚੰਗੇ ਜਥੇਦਾਰ ਬਣਨਗੇ। ਫੇਰ ਹੀ ਜਿਹੜਾ ਸਾਡੀ ਸੰਸਥਾ ਦਾ ਬਜਟ ਹੈ, ਗੁਰੂ ਘਰ ਦਾ ਬਜਟ ਆ, ਉਹ ਚੰਗੇ ਪਾਸੇ ਲੱਗੇਗਾ। ਚੰਗੇ ਪਾਸੇ ਲੱਗੇਗਾ, ਵੱਡੀ ਲਕੀਰ ਖਿੱਚ ਦਿਆਂਗੇ ਤੇ ਫੇਰ ਕਿਤੇ ਜਾ ਕੇ ਪੰਜਾਬ ਦਾ ਸਿੱਖੀ ਦਾ ਬੋਲਬਾਲਾ ਹੋਏਗਾ। ਬਿਲਕੁਲ ਜੀ, ਫੇਰ ਜਾ ਕੇ ਕਿਤੇ ਸਿੱਖੀ ਦਾ ਜਿਹੜਾ ਬੋਲਬਾਲਾ ਹੋਏਗਾ, ਪੰਜਾਬ ਦਾ ਫਿਰ ਕਿਤੇ ਜਾ ਕੇ ਸੁਧਾਰ ਹੋਏਗਾ। ਇਹਨਾਂ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਭਾਈ ਅਮਰੀਕ ਸਿੰਘ ਅਜਨਾਲਾ ਹੁਣਾਂ ਨੂੰ ਵੀ ਚੰਗੀ ਰਾਏ ਤੇ ਸਲਾਹ ਦਿੱਤੀ ਹੈ। ਇਹਨਾਂ ਨੇ ਕਿਹਾ ਕਿ ਉਹਨਾਂ ਨੂੰ ਬੈਠ ਕੇ ਰਲ ਮਿਲ ਕੇ ਇਹ ਵਿਚਾਰ ਕਰਨੀ ਚਾਹੀਦੀ ਆ, ਆਪਣੇ ਮਤਭੇਦ ਖਤਮ ਕਰਨੇ ਚਾਹੀਦੇ ਆ। ਇਹ ਵੀ ਮੰਨਦੇ ਨੇ ਕਿ ਕਿਤੇ ਨਾ ਕਿਤੇ ਸੰਗਤ ਦੇ ਵਿੱਚ ਦਫਾੜ ਪਈ ਹੋਈ ਆ, ਸੰਗਤ ਨਿਰਾਸ਼ ਆ, ਸੰਗਤ ਦੇ ਵਿੱਚ ਜਿਹੜਾ ਉਤਸ਼ਾਹ ਸੀ ਉਹ ਕਿਤੇ ਨਾ ਕਿਤੇ ਘਟਦਾ ਜਾ ਰਿਹਾ। ਗੁਰੂ ਘਰਾਂ ਤੋਂ ਟੁੱਟ ਕੇ ਸੰਗਤ ਕਿਸੇ ਹੋਰ ਡੇਰੇਵਾਦ ਵੱਲ ਜਾ ਰਹੀ ਆ। ਉਮੀਦ ਕਰਦੇ ਹਾਂ ਅੱਜ ਦੀ ਖਾਸ ਪੇਸ਼ਕਸ਼ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਅਗਲੀ ਵਾਰ ਕਿਸੇ ਹੋਰ ਖਾਸ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ। ਜੇਕਰ ਤੁਹਾਡੇ ਧਿਆਨ ਦੇ ਵਿੱਚ ਅਜਿਹਾ ਕੋਈ ਮਸਲਾ ਆਉਂਦਾ ਜੋ ਅਸੀਂ ਜਨਤਕ ਕਰ ਸਕਦੇ ਹਾਂ ਜਾਂ ਹੱਲ ਵੱਲ ਲਿਜਾ ਸਕਦੇ ਹਾਂ ਤਾਂ ਸਾਨੂੰ ਜ਼ਰੂਰ ਦੱਸੋ, ਸਾਡੇ ਨਾਲ ਸੰਪਰਕ ਜ਼ਰੂਰ ਕਰੋ। ਸਾਡੇ ਨਾਲ ਸੰਪਰਕ ਕਰਨ ਲਈ ਸਾਡਾ ਨੰਬਰ ਨੋਟ ਕਰੋ 9872 83334। ਅੱਜ ਲਈ ਬਸ ਇੰਨਾ ਹੀ। ਮੈਨੂੰ ਤੇ ਮੇਰੇ ਸਹਿਯੋਗੀ ਸਵਰਨਜੀਤ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰ TV। ਧੰਨਵਾਦ।